ਡੇਈ ਸਿਸ ਉਤਾਰ ਨੈਣ ਮਹਿੰਜੇ ਤਰਸਦੇ ਕਦ ਪੱਸੀ ਦੀਦਾਰ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਝਟੀਐ ਤੁਧ ਡਿਠੇ ਸੱਚੇ ਪਾਤਿਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਿਸ਼ਾਹ ਸਿਰ ਸਾਹਾਂ ਦੈ ਸਾਹੋ ਜਿਸ ਪਾਸ ਮਹਿਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਝਹੁ ਕਿਆ ਕਰੇ ਵਿਚਾਰੀਆ। ਤੁਧ ਬਾਝ ਸਮਰੱਥ ਕੋਇ ਨਾਹੀ, ਕਿਰਪਾ ਕਰ ਬਨਵਾਰੀਆ। ਏਸ ਨਉ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ। ਕਹੈ ਨਾਨਕ ਲਿਵੈ ਬਾਝਹੁ ਕਿਆ ਕਰੇ ਵਿਚਾਰੀਆ। ਏਸ ਨਉ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ। ਕਹੈ ਨਾਨਕ ਲਿਵੈ ਬਾਝਹੁ ਕਿਆ ਕਰੇ ਵਿਚਾਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਅਪਰ ਅਪਾਰ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਗੁਰੂ ਚਰਨਾਂ ਵਿੱਚ ਭਰਦੇ ਹੋਏ, ਗੁਰੂ ਸਾਹਿਬ ਜੀ ਕੇ ਦਰਸ਼ਨ ਦੀਦਾਰ ਕਰਦੇ ਹੋਏ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨੇ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਦੀ ਕਿਰਪਾ ਦੇ ਪਾਤਰ ਬਣ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ, ਸਤਿਗੁਰਾਂ ਨੇ ਕਿਰਪਾ ਕੀਤੀ ਹੈ
ਆਪਣੇ ਅੰਮ੍ਰਿਤਮਈ ਦੀਦਾਰ ਬਖਸ਼ਿਸ਼ ਕੀਤੇ ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਬਖਸ਼ਿਆ ਹੈ। ਲੜੀਵਾਰ ਰੂਪ ਦੇ ਵਿੱਚ ਆਨੰਦ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦਾ ਪਵਿੱਤਰ ਉਪਦੇਸ਼ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੋ ਅੱਜ ਦੀ ਬਖਸ਼ਿਸ਼ ਕਰ ਰਹੇ ਹਨ, ਆਨੰਦ ਸਾਹਿਬ ਬਾਣੀ ਦੁਆਰਾ 6ਵੀਂ ਪੌੜੀ ਦੇ ਵਿੱਚ ਪਵਿੱਤਰ ਕਲਿਆਣਕਾਰੀ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਹਨ। ਗਰੀਬ ਨਵਾਜ ਸਾਹਿਬ ਜੀ ਨੇ ਇਸ ਪਾਵਨ ਅੰਮ੍ਰਿਤ ਬਾਣੀ ਦੇ ਅੰਦਰ 40 ਪੌੜੀਆਂ ਦੇ ਅੰਦਰ ਆਨੰਦ ਪ੍ਰਾਪਤੀ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਜਿਸ ਤਰ੍ਹਾਂ ਜੀਵ ਨੂੰ ਆਨੰਦ ਦੀ ਪ੍ਰਾਪਤੀ ਹੋ ਸਕੇ। ਹਰੇਕ ਜੀਵ ਆਨੰਦ ਚਾਹੁੰਦਾ ਹੈ। ਹਰੇਕ ਦੀ ਮੰਜ਼ਿਲ ਹੈ ਕਿ ਆਨੰਦ ਦੀ ਪ੍ਰਾਪਤੀ ਹੋਵੇ। ਨਾਮ ਦੀ ਪ੍ਰਾਪਤੀ ਹੋਣ ਦੇ ਨਾਲ ਹੀ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਗਰੀਬ ਨਵਾਜ ਸਾਹਿਬ ਜੀ ਨੇ ਫਰਮਾਇਆ, ਜਿਸ ਵੇਲੇ ਵਾਹਿਗੁਰੂ ਜੀ ਦਾ ਨਾਮ ਹਿਰਦੇ ਵਿੱਚ ਵਸਦਾ ਹੈ, ਫਿਰ ਹੀ ਇਹ ਜੀਵ ਆਨੰਦ ਦੀ ਅਵਸਥਾ ਤੇ ਪਹੁੰਚਦਾ ਹੈ। ਉਹ ਅਵਸਥਾ ਜਿਸ ਨੂੰ ਮਹਾਰਾਜ ਸਾਹਿਬ ਜੀ ਨੇ ਆਖਿਆ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹ ਨਹੀਂ ਵਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ। ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਜਿਉਂਦਿਆਂ ਬੰਧਨ ਕੱਟੇ ਜਾਣੇ, ਜਿਉਂਦਿਆਂ ਜੀਵਨ ਮੁਕਤੀ ਦਾ ਆਨੰਦ ਪ੍ਰਾਪਤ ਹੋਣਾ। ਅਨੇਕ ਪ੍ਰਕਾਰ ਦੇ ਬੰਧਨ ਹਨ। ਉਹ ਮਹਾਰਾਜ ਸਾਹਿਬ ਕਹਿੰਦੇ ਕਿ ਨਾਮ ਨਾਲ ਜੁੜ ਕਰਕੇ ਹੀ ਕੱਟੇ ਜਾਂਦੇ। ਉਸਤਤ ਨਿੰਦਾ ਹਰਖ ਸੋਗ ਆਦਿਕ ਜੋ ਬੰਧਨ ਹਨ। ਤੋ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਜਿਵੇਂ ਇਹ ਆਨੰਦ ਦੀ ਪ੍ਰਾਪਤੀ ਦਾ ਉਪਦੇਸ਼ ਇੱਕ ਇੱਕ ਪੌੜੀ ਦੇ ਵਿੱਚ ਬਖਸ਼ਿਸ਼ ਕਰ ਰਹੇ ਹਨ। ਅੱਜ ਸਤਿਗੁਰੂ ਜੀ 6ਵੀਂ ਪੌੜੀ ਦੁਆਰਾ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ ਜੀ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਸਾਡੇ ਸਰੀਰ ਨੂੰ ਅੰਮ੍ਰਿਤ ਬਾਣੀ ਦੇ ਅੰਦਰ ਦੇਹ ਵੀ ਆਖਿਆ। ਜਿਵੇਂ ਆਪਾਂ ਰਹਿਰਾ ਸਾਹਿਬ ਜੀ ਦੀ ਪਾਵਨ ਬਾਣੀ ਅੰਦਰ ਵੀ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ। ਹੇ ਜੀਵ, ਤੈਨੂੰ ਮਨੁੱਖਾ ਦੇਹ ਪ੍ਰਾਪਤ ਹੋਈ ਹੈ। ਇੱਥੇ 6ਵੀਂ ਪੌੜੀ 'ਚ ਵੀ ਮਹਾਰਾਜ ਸਰੀਰ ਨੂੰ ਦੇਹ ਕਹਿ ਰਹੇ। ਗਰੀਬ ਨਵਾਜ ਕਹਿੰਦੇ ਆ ਵੀ ਸੱਚੀ ਲਿਵ ਤੋਂ ਬਿਨਾ ਇਹ ਦੇਹ ਨਿਮਾਣੀ ਹੈ, ਵਿਚਾਰੀ ਹੈ, ਮਾਣ ਤੋਂ ਹੀ ਨਹੀਂ। ਇਹਦਾ ਕੋਈ ਮਾਣ ਨਹੀਂ ਹੈ, ਇਹ ਮਾਣ ਵਾਲੀ ਨਹੀਂ ਹੈ। ਮਾਣ ਵਾਲੀ ਉਦੋਂ ਹੀ ਬਣਦੀ ਹੈ ਜਦੋਂ ਵਾਹਿਗੁਰੂ ਜੀ ਦੇ ਸ਼ਬਦ ਨਾਲ ਇਸ ਦੇਹ ਦੀ ਸੱਚੀ ਲਿਵ ਲੱਗ ਜਾਵੇ।
ਦੇਹ ਦਾ ਅਰਥ ਹੈ ਸਰੀਰ। ਗੁਰਬਾਣੀ ਦੇ ਅੰਦਰ ਸਰੀਰ ਵੀ ਆਖਿਆ ਹੈ, ਦੇਹ ਵੀ ਆਖਿਆ ਹੈ, ਕਾਇਆ ਵੀ ਆਖਿਆ ਹੈ, ਤਨ ਵੀ ਆਖਿਆ ਹੈ। ਇੱਥੇ ਮਹਾਰਾਜ ਦੇਹ ਕਹਿ ਰਹੇ, ਸੱਚੀ ਲਿਵ, ਸੱਚੀ ਪ੍ਰੀਤ ਪ੍ਰਭੂ ਦੇ ਨਾਲ ਜੋ ਇੱਕ ਰਸ ਬਿਰਤੀ ਦਾ ਜੁੜਨਾ ਹੈ, ਉਸ ਤੋਂ ਬਿਨਾਂ, ਸੱਚੀ ਲਿਵ ਤੋਂ ਬਿਨਾਂ ਇਹ ਸਰੀਰ ਮਾਣ ਤੋਂ ਰਹਿਤ ਹੈ। ਇਹ ਦੇਹ ਕੋਈ ਮਾਣ ਵਾਲੀ ਨਹੀਂ ਹੈ, ਸਤਿਕਾਰ ਵਾਲੀ ਨਹੀਂ ਹੈ। ਇਹ ਮਾਣ ਵਾਲੀ ਉਦੋਂ ਹੀ ਬਣਦੀ ਹੈ ਜਦੋਂ ਸੱਚੀ ਲਿਵ ਲੱਗੇ। ਗਰੀਬ ਨਵਾਜ ਸਾਹਿਬ ਜੀ ਨੇ ਰਹਿਰਾਸ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਅੰਦਰ ਫਰਮਾਇਆ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਵੀ ਇਹ ਮਨੁੱਖਾ ਦੇਹ ਤੈਨੂੰ ਪ੍ਰਾਪਤ ਹੋਈ ਹੈ ਤਾਂ ਇਹ ਗੋਬਿੰਦ ਨਾਲ ਮਿਲਣ ਦੀ ਤੈਨੂੰ ਵਾਰੀ ਮਿਲੀ ਹੈ। ਵਾਰੀ ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਧ ਸੰਗਤ ਵਿੱਚ ਮਿਲ ਕਰਕੇ ਤੇ ਵਾਹਿਗੁਰੂ ਜੀ ਦੇ ਨਾਲ ਸੱਚੀ ਲਿਵ ਲਾਉਣਾ ਕਰ। ਸੱਚੀ ਲਿਵ ਦੁਆਰਾ ਹੀ ਪ੍ਰਭੂ ਜੀ ਦੇ ਨਾਲ ਤੇਰਾ ਮਿਲਾਪ ਹੋ ਸਕਦਾ। ਜੋ ਪਦ ਆਇਆ ਨਾ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਦੇ ਹੁਰੀਆ ਦਾ ਸਿੱਧਾ ਪੱਧਰਾ ਅਰਥ ਤਾਂ ਦੇਹ ਹੀ ਹੈ ਕਿ ਮਨੁੱਖਾ ਦੇਹ ਪ੍ਰਾਪਤ ਹੋਈ। ਤੇ ਮਹਾਂਪੁਰਖਾਂ ਨੇ ਜਿੱਥੇ ਦੇਹ ਅਰਥ ਕੀਤਾ ਹੈ, ਸ੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਥੇ ਦੇ ਹੁਰੀਆ ਦਾ ਅਰਥ ਉਹਨਾਂ ਨੇ ਡਿਊੜੀ ਕੀਤਾ, ਦਰਸ਼ਨੀ ਡਿਊੜੀ। ਜਿਵੇਂ ਗੁਰੂ ਕੇ ਦਰਬਾਰਾਂ ਦੇ ਅੱਗੇ ਵੀ ਡਿਊੜੀ ਹੁੰਦੀ ਹੈ ਤੇ ਉਹਨੂੰ ਆਪਾਂ ਕਹਿੰਦੇ ਦਰਸ਼ਨੀ ਡਿਊੜੀ। ਆਮ ਘਰਾਂ ਦੇ ਅੱਗੇ ਵੀ ਡਿਊੜੀਆਂ ਹੁੰਦੀਆਂ ਹਨ। ਜਿੱਥੋਂ ਗਲੀ ਵੱਲ ਨੂੰ ਰਸਤਾ ਜਾਂਦਾ ਹੈ, ਘਰ ਵੱਲ ਨੂੰ ਆਉਂਦਾ ਹੈ, ਵੱਡਾ ਗੇਟ ਲੱਗਾ ਹੁੰਦਾ। ਉਹਦਾ ਭਾਵ ਇਹ ਕਿ ਜੋ ਮਨੁੱਖਾ ਦੇਹ ਹੈ, ਦੇਹ ਹੁਰੀਆ, ਇਹ ਡਿਊੜੀ ਦੀ ਤਰ੍ਹਾਂ ਹੈ। ਇਹਦੇ ਰਾਹੀਂ ਸੱਚੀ ਲਿਵ ਲਾ ਕਰਕੇ ਇਹ ਜੀਵ ਆਪਣੇ ਘਰ ਨੂੰ ਵੀ ਆ ਸਕਦਾ ਹੈ ਤੇ ਸੱਚੀ ਲਿਵ ਤੋਂ ਬਿਨਾਂ ਇਹ ਬਾਹਰ ਗਲੀ ਨੂੰ ਜਾਣ ਦੀ ਤਰ੍ਹਾਂ, ਬਾਜ਼ਾਰ ਨੂੰ ਜਾਣ ਦੀ ਤਰ੍ਹਾਂ 84 ਲੱਖ ਜੂਨਾਂ ਨੂੰ ਵੀ ਜਾ ਸਕਦਾ ਹੈ, ਜੰਮਣ ਮਰਨ ਨੂੰ ਵੀ ਜਾ ਸਕਦਾ ਹੈ, ਕਈਆਂ ਜਨਮਾਂ ਨੂੰ ਜਾ ਸਕਦਾ ਹੈ, ਕਈ ਜਨਮ ਭੈ ਕੀਟ ਪਤੰਗਾ, ਉਧਰ ਨੂੰ ਵੀ ਜਾ ਸਕਦਾ। ਸੱਚੀ ਲਿਵ ਦੇ ਨਾਲ ਹੀ ਪ੍ਰਭੂ ਦੇ ਨਾਲ ਮਿਲਿਆ ਜਾ ਸਕਦਾ ਹੈ। ਫਿਰ ਇਹਦੇ ਵਿੱਚੋਂ ਇੱਕ ਦੂਜੀ ਗੱਲ ਵੀ ਨਿਕਲਦੀ ਹੈ ਕਿ ਜੇ ਸੱਚੀ ਲਿਵ ਹੈ ਤੇ ਇਹਦਾ ਭਾਵ ਝੂਠੀ ਲਿਵ ਵੀ ਹੁੰਦੀ ਹੈ। ਹੁੰਦੀ ਹੈ। ਫਿਰ ਮਹਾਰਾਜ ਕਹਿੰਦੇ ਵੀ ਸੱਚੀ ਲਿਵ ਤੋਂ ਬਿਨਾ ਇਹ ਦੇਹ ਮਾਣ ਤੋਂ ਰਹਿਤ ਹੈ, ਨਿਮਾਣੀ ਹੈ। ਇਹ ਕੋਈ ਮਾਣ ਵਾਲੀ ਨਹੀਂ ਹੈ, ਸਤਿਕਾਰ ਵਾਲੀ ਨਹੀਂ ਹੈ। ਭਾਵੇਂ ਦੁਨੀਆ ਵਿੱਚ ਕਿੰਨਾ ਵੀ ਇਹ ਮਾਣ ਚੁੱਕੀ ਫਿਰੇ। ਭੋਗ ਦੇ ਸ਼ਲੋਕਾਂ 'ਚ ਇੱਕ ਬਚਨ ਪੜ੍ਹਦੇ ਹਾਂ, ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ। ਇਸ ਦੇਹ ਦੇ ਉੱਤੇ 3 ਅਵਸਥਾ ਆਉਂਦੀਆਂ, ਇੱਕ ਬਚਪਨਾ, ਇੱਕ ਜਵਾਨੀ, ਇੱਕ ਬਿਰਧ ਅਵਸਥਾ। ਤੀਨ ਅਵਸਥਾ ਜਾਨ। ਪਰ ਇਹ 3 ਅਵਸਥਾ ਕਿਵੇਂ ਸਫਲ ਹੋਣਗੀਆਂ? ਸੱਚੀ ਲਿਵ ਦੇ ਨਾਲ। ਜੇ ਬਚਪਨ ਦੇ ਵਿੱਚ ਪ੍ਰਭੂ ਨਾਲ ਸੱਚੀ ਲਿਵ ਲਾਈ, ਬਚਪਨ ਸਫਲਾ ਹੋਵੇਗਾ। ਜਵਾਨੀ ਵਿੱਚ ਸੱਚੀ ਲਿਵ ਲੱਗੀ, ਜਵਾਨੀ ਸਫਲੀ ਹੋ ਜਾਵੇਗੀ। ਬਿਰਧ ਅਵਸਥਾ ਵਿੱਚ ਪ੍ਰਭੂ ਨਾਲ ਸੱਚਾ ਪ੍ਰੇਮ ਪਾਇਆ ਤੇ ਬਿਰਧ ਅਵਸਥਾ ਵੀ ਸਫਲੀ ਹੋ ਜਾਵੇਗੀ। ਪਰ ਜੇ 3 ਅਵਸਥਾ ਦੇ ਵਿੱਚ ਪ੍ਰਭੂ ਦਾ ਭਜਨ ਨਾ ਕੀਤਾ
ਤੇ ਫਿਰ ਮਹਾਰਾਜ ਨੇ ਆਖਿਆ ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬੇਨ ਬਿਰਥਾ ਸਭ ਹੀ ਮਾਨ। ਬਿਰਥਾ ਸਭ ਹੀ ਮਾਨ ਤੋਂ ਭਾਵ ਹੈ ਵੀ ਬਚਪਨ ਨੂੰ ਵੀ ਵਿਅਰਥ ਮੰਨ, ਫਿਰ ਜਵਾਨੀ ਨੂੰ ਵੀ ਵਿਅਰਥ ਹੀ ਮੰਨ, ਫਿਰ ਬਿਰਧ ਅਵਸਥਾ ਵੀ ਵਿਅਰਥੀ ਤੇਰੀ ਚਲੇ ਗਈ। ਤੇ ਇਹਨਾਂ ਤਿੰਨਾਂ ਅਵਸਥਾ ਦੇ ਵਿੱਚ ਜਿਹੜਾ ਦੁਨਿਆਵੀ ਮਾਣ ਤੂੰ ਹਾਸਲ ਕੀਤਾ ਨਾ, ਉਸ ਮਾਣ ਨੂੰ, ਉਸ ਸਤਿਕਾਰ ਨੂੰ ਵੀ ਬਿਰਥਾ ਸਭ ਹੀ ਮਾਣ, ਉਹ ਸਾਰਾ ਮਾਣ ਵੀ ਵਿਅਰਥੀ ਹੈ। ਕਿਉਂਕਿ ਇੱਕ ਮਾਣ ਹੈ ਜਿਹੜਾ ਸੱਚੀ ਲਿਵ ਨਾਲ ਪ੍ਰਭੂ ਵੱਲੋਂ ਮਾਣ ਮਿਲਦਾ ਹੈ, ਇੱਕ ਮਾਣ ਹੈ ਜਿਹੜਾ ਦੁਨੀਆ ਵੱਲੋਂ ਮਿਲਦਾ ਹੈ, ਸੰਸਾਰ ਵੱਲੋਂ ਮਿਲਦਾ। ਤਾਂ ਸੰਸਾਰ ਵੱਲੋਂ ਤੇ ਕਈ ਵਾਰੀ ਝੂਠੀ ਲਿਵ ਨਾਲ ਵੀ ਮਾਣ ਮਿਲ ਜਾਂਦਾ ਹੈ। ਇਹ ਤਾਂ ਗੁਰੂ ਸਾਹਿਬ ਵੀ ਜਾਣਦੇ ਆ ਨਾ ਵੀ ਸੱਚੀ ਲਿਵ ਕਿਸ ਦੀ ਲੱਗੀ ਹੋਈ। ਸੰਸਾਰ ਤਾਂ ਨਹੀਂ ਜਾਣਦਾ, ਨਿਰੰਕਾਰ ਜਾਣਦੇ ਆ। ਸੰਸਾਰ ਨੇ ਤਾਂ ਮਲਕ ਭਾਗੋ ਨੂੰ ਵੀ ਮਾਣ ਦਿੱਤਾ ਹੀ ਹੋਇਆ ਸੀ, ਪਰ ਨਿਰੰਕਾਰ ਸਰੂਪ ਧੰਨ ਗੁਰੂ ਨਾਨਕ ਨਿਰੰਕਾਰੀ ਸਤਿਗੁਰੂ ਜੀ ਨੇ ਭਾਈ ਲਾਲੋ ਨੂੰ ਮਾਣ ਦਿੱਤਾ, ਜਿਸ ਦੀ ਸੱਚੀ ਲਿਵ ਲੱਗੀ ਹੋਈ ਸੀ। ਭਾਈ ਲਾਲੋ ਦੇ ਘਰ ਦੇ ਕੋਧਰੇ ਦੇ ਪ੍ਰਸ਼ਾਦੇ ਛਕੇ ਮਹੀਨਾ ਭਰ, ਭਾਈ ਲਾਲੋ ਦੇ ਘਰ ਦੇ ਵਿੱਚ ਰਹਿ ਕੇ। ਤੇ ਮਲਕ ਭਾਗੋ ਜ਼ਬਰਦਸਤੀ ਪੂੜੀਆਂ ਖਵਾਉਣੀਆਂ ਚਾਹੁੰਦਾ ਸੀ, ਮਾਲ ਪੂੜੇ, ਪੂੜੀਆਂ, ਕਚੌਰੀਆਂ ਘਿਓ ਵਿੱਚ ਤਲੀਆਂ ਹੋਈਆਂ। ਤੇ ਮਹਾਰਾਜ ਉਧਰ ਨਹੀਂ ਸੀ ਜਾਂਦੇ, ਸਾਰਾ ਇਲਾਕਾ ਉਹਨੇ ਇਕੱਠਾ ਕੀਤਾ ਹੋਇਆ ਸੀ। ਧੰਨ ਗੁਰੂ ਨਾਨਕ ਸਾਹਿਬ ਜੀ ਉਹਦੇ ਸੱਦੇ ਤੇ ਵੀ ਨਹੀਂ ਸੀ ਜਾਂਦੇ। ਆਖਰ ਉਹਨੇ ਸਿਪਾਹੀ ਭੇਜੇ ਸੀ ਮਲਕ ਭਾਗੋ ਨੇ ਵੀ ਸ੍ਰੀ ਨਾਨਕ ਤਪਾ ਜੀ ਨੂੰ ਜ਼ਬਰਦਸਤੀ ਲੈ ਕੇ ਆਓ। ਉਹਦੇ ਨੌਕਰ ਆਏ, ਉਹਨਾਂ ਨੇ ਆਖਿਆ ਕਿ ਬਾਬਾ ਜੀ ਸਾਨੂੰ ਮਲਕ ਨੇ ਆਖਿਆ ਹੈ ਵੀ ਜ਼ਬਰਦਸਤੀ ਲੈ ਕੇ ਆਓ। ਫਿਰ ਮਹਾਰਾਜ ਗਏ ਸਨ। ਫਿਰ ਭਾਈ ਲਾਲੋ ਨੂੰ ਵੀ ਆਖਿਆ ਕਿ ਭਾਈ ਲਾਲੋ ਆਪਣੇ ਘਰ ਦਾ ਕੋਈ ਸੁੱਕਾ ਟੁੱਕਰ ਲੈ ਕੇ ਆ, ਕੋਈ ਸੁੱਕਾ ਰੁੱਖਾ ਸੁੱਖਾ ਪ੍ਰਸ਼ਾਦਾ ਹੈ ਤਾਂ ਉਹ ਲੈ ਆ। ਤੇ ਲੈ ਕੇ ਗਿਆ। ਫਿਰ ਇੱਕ ਹੱਥ ਵਿੱਚ ਮਲਕ ਭਾਗੋ ਦੇ ਮਾਲ ਪੂੜੇ ਪੂੜੀਆਂ ਫੜ ਕੇ, ਇੱਕ ਪਾਸੇ ਭਾਈ ਲਾਲੋ ਦਾ ਸੁੱਕਾ ਕੋਧਰੇ ਦਾ ਪ੍ਰਸ਼ਾਦਾ ਫੜ ਕੇ ਜਦੋਂ ਦੋਵਾਂ ਨੂੰ ਕੁੱਟਿਆ, ਨਪੀੜਿਆ, ਤੇ ਮਲਕ ਭਾਗੋ ਦੀਆਂ ਪੂੜੀਆਂ ਚੋਂ ਪ੍ਰਤੱਖ ਖੂਨ ਵਗਾ ਦਿੱਤਾ। ਭਾਈ ਲਾਲੋ ਦੇ ਸੁੱਕੇ ਕੋਧਰੇ ਦੇ ਪ੍ਰਸ਼ਾਦੇ ਵਿੱਚੋਂ ਦੁੱਧ ਦੀ ਧਾਰ ਵਗਾ ਦਿੱਤੀ ਤੇ ਦੱਸ ਦਿੱਤਾ ਕਿ ਬ੍ਰਹਮ ਭੋਜ ਤੇ ਭਾਈ ਲਾਲੋ ਦੇ ਘਰੇ ਹੁੰਦਾ, ਕਿਉਂਕਿ ਭਾਈ ਲਾਲੋ ਦੀ ਸੱਚੀ ਲਿਵ ਹੈ, ਭਾਈ ਲਾਲੋ ਦੀ ਸੱਚੀ ਧਰਮ ਦੀ ਕਿਰਤ ਹੈ। ਭਾਈ ਲਾਲੋ ਧਰਮ ਦੀ ਕਿਰਤ ਕਰਦਾ ਹੈ। ਇਹ ਮਲਕ ਭਾਗੋ ਤੂੰ ਤੇ ਗਰੀਬਾਂ ਦਾ ਖੂਨ ਨਿਚੋੜਿਆ ਹੋਇਆ। ਇਸ ਕਰਕੇ ਸੱਚੀ ਲਿਵ ਕਿਸ ਦੀ ਹੈ ਇਹ ਤਾਂ ਗੁਰੂ ਜਾਣਦਾ ਹੈ। ਇਹ ਤਾਂ ਨਿਰੰਕਾਰ ਜਾਣਦੇ ਆ ਨਾ। ਸੰਸਾਰ ਤੇ ਕਈ ਵਾਰੀ ਝੂਠੀ ਲਿਵ ਵਾਲਿਆਂ ਨੂੰ ਵੀ ਮਾਣ ਦਿੰਦਾ ਹੈ, ਸਤਿਕਾਰ ਦਿੰਦਾ ਹੈ। ਸੱਚੀ ਵਾਲੇ ਕਈ ਵਾਰੀ ਰਹਿ ਹੀ ਜਾਂਦੇ ਆ। ਸੱਚੀ ਲਿਵ ਵਾਲਿਆਂ ਨੂੰ ਤਾਂ ਸੰਸਾਰ ਦੇ ਪੱਖੋਂ ਕਈ ਵਾਰੀ ਧੱਕੇ ਵੀ ਵੱਜੇ ਆ। ਇੱਕ ਮਾਣ ਹੈ ਜਿਹੜਾ ਨਿਰੰਕਾਰ ਦੇ ਘਰ ਵਿੱਚੋਂ ਮਿਲਦਾ ਹੈ, ਇੱਕ ਮਾਣ ਹੈ ਜਿਹੜਾ ਸੰਸਾਰ ਦੀ ਤਰਫੋਂ ਮਿਲਦਾ ਹੈ। ਭਗਤ ਨਾਮਦੇਵ ਸਾਹਿਬ ਜੀ ਦੀ ਸੱਚੀ ਲਿਵ ਹੈ। ਤੇ ਭਗਤ ਨਾਮਦੇਵ ਸਾਹਿਬ ਜੀ ਨੂੰ ਮੰਦਰ ਦੇ ਵਿੱਚੋਂ ਪੰਡਤਾਂ ਨੇ ਧੱਕੇ ਮਾਰ ਕੇ ਥੱਲੇ ਸੁੱਟ ਦਿੱਤਾ ਸੀ। ਆਖਿਆ ਵੀ ਤੂੰ ਸ਼ੂਦਰ ਹੈ, ਤੂੰ ਸ਼ੀਂਬਾ ਹੈ, ਤੂੰ ਮੰਦਰ ਦੇ ਵਿੱਚ ਨਹੀਂ ਆ ਸਕਦਾ। ਤੇ ਭਗਤ ਜੀ ਜਦੋਂ ਡਿੱਗੇ ਸੀ ਤੇ ਮੋਢੇ ਤੇ ਕੰਬਲੀ ਜਿਹੜੀ ਰੱਖੀ ਸੀ ਉਹ ਵੀ ਥੱਲੇ ਡਿੱਗ ਪਈ ਸੀ। ਫਿਰ ਆਪਣੀ ਕੰਬਲੀ ਚੁੱਕੀ, ਮੋਢੇ ਤੇ ਰੱਖੀ ਤੇ ਮੰਦਰ ਦੇ ਪਿਛਲੇ ਪਾਸੇ ਜਾ ਬੈਠੇ।
ਉੱਥੇ ਜਾ ਕੇ ਲਿਵ ਲਾ ਲਈ ਪ੍ਰਭੂ ਨਾਲ, ਗੱਲਾਂ ਬਾਤਾਂ ਕੀਤੀਆਂ। ਆਖਿਆ ਵੀ ਕਰਤਾ ਪੁਰਖ, ਪੈਦਾ ਤੇ ਸਾਰਿਆਂ ਨੂੰ ਤੂੰ ਹੀ ਕਰਨ ਵਾਲਾ ਹੈ, ਤੇ ਮੈਂ ਤੇਰੇ ਮੰਦਰ ਵਿੱਚ ਵੀ ਨਹੀਂ ਆ ਸਕਦਾ। ਆ ਪੰਡਤਾਂ ਨੇ ਧੱਕੇ ਮਾਰ ਕੇ ਸੁੱਟ ਦਿੱਤਾ ਤੇਰੇ ਨਾਮੇ ਨੂੰ, ਤੇ ਮਰਨ ਤੋਂ ਮਗਰੋਂ ਮੁਕਤੀ ਦੇਵੇਗਾ ਤੇ ਕਿੰਨੇ ਜਾਣਨੀ ਮੁਕਤੀ, ਕਿ ਨਾਮ ਦੇ ਮੁਕਤ ਹੋ ਗਿਆ। ਜੇ ਕਰਨਾ ਤੇ ਹੁਣ ਕੁਝ ਕਰ। ਮਰਨ ਤੋਂ ਮਗਰੋਂ ਮੁਕਤੀ ਕਿੰਨੇ ਵੇਖਣੀ ਆ? ਉਂਝ ਮਰਨ ਤੋਂ ਬਾਅਦ ਵੀ ਮੁਕਤੀ ਨਾਲ ਸੰਬੰਧ ਹੈ, ਪਰ ਭਗਤ ਜੀ ਨੇ ਉਸ ਮੌਕੇ ਦੇ ਪਰਮੇਸ਼ਰ ਨੂੰ ਆਖਿਆ ਵੀ ਮਰਨ ਤੋਂ ਮਗਰੋਂ ਤੇ ਤੂੰ ਮੁਕਤੀ ਦਿੰਦਾ ਹੀ ਹੈ ਆਪਣੇ ਭਗਤਾਂ ਨੂੰ, ਪਰ ਆ ਜਿਹੜੇ ਉਹ ਧੱਕੇ ਮਾਰਨ ਦੇ, ਇਹਨਾਂ ਥੋੜਾ ਵੇਖਣੀ ਮਰਨ ਤੋਂ ਮਗਰੋਂ ਵੀ ਨਾਮਦੇਵ ਮੁਕਤ ਹੋ ਗਿਆ। ਇਹਨਾਂ ਤੇ ਇਹ ਕਹਿਣਾ ਵੀ ਸਾਡੇ ਤੋਂ ਧੱਕੇ ਖਾਂਦਾ ਰਿਹਾ, ਅਸੀਂ ਧੱਕੇ ਮਾਰਦੇ ਰਹੇ। ਹੁਣ ਕਰ ਕੁਝ, ਮੂਏ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੇ ਕੋਇਲਾ। ਕਿਸੇ ਨੇ ਨਹੀਂ ਫਿਰ ਮੇਰੇ ਮੁਕਤ ਹੋਏ ਨੂੰ ਜਾਣਨਾ, ਕਿ ਮੈਂ ਤੇਰਾ ਪੈਦਾ ਕੀਤਾ ਹੋਇਆ ਵਾ, ਤੂੰ ਹੀ ਮੈਨੂੰ ਸ਼ਿੰਬਿਆਂ ਦੇ ਘਰ ਵਿੱਚ ਜਨਮ ਦਿੱਤਾ ਹੈ, ਤੇ ਕੀ ਮੈਂ ਤੇਰੇ ਮੰਦਰ ਵਿੱਚ ਨਹੀਂ ਆ ਸਕਦਾ? ਸੱਚੀ ਲਿਵ ਲੱਗੀ ਸੀ ਭਗਤ ਨਾਮਦੇਵ ਸਾਹਿਬ ਜੀ ਦੀ, ਤੇ ਉਸੇ ਵੇਲੇ ਹੀ ਪ੍ਰਭੂ ਨੇ ਫਿਰ ਉਹ ਮੰਦਰ ਘੁਮਾ ਕਰਕੇ ਨਾਮਦੇਵ ਜੀ ਵੱਲੇ ਕਰ ਦਿੱਤਾ। ਫੇਰ ਦਿਆ ਦੇਹੁਰਾ ਨਾਮੇ ਕੋ, ਪੰਡੀਅਨ ਕੋ ਪਿਛਵਾਰ ਲਾ। ਪੰਡਤਾਂ ਵੱਲੇ ਉਹ ਮੰਦਰ ਦਾ ਪਿਛਲਾ ਪਾਸਾ ਕਰ ਦਿੱਤਾ। ਨਾਮਦੇਵ ਨੂੰ ਆਪਣੇ ਗਲਵੱਕੜੀ ਵਿੱਚ ਲੈ ਲਿਆ ਤੇ ਹੰਕਾਰੀਆਂ ਤੇ ਨਿੰਦਕਾਂ ਨੂੰ ਪਿੱਠ ਦੇ ਦਿੱਤੀ। ਅਹੰਕਾਰੀਆ ਨਿੰਦਕਾ ਪਿੱਠ ਦੇ, ਨਾਮਦੇਵ ਮੁਖ ਲਾਇਆ। ਭਗਤ ਜੀ ਨੇ ਆਪਣੀ ਰਸਨਾ ਤੋਂ ਫਰਮਾਇਆ, ਹਸਤ ਖੇਲਤ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕਰੇ ਉਠਾਇਆ। ਹੀਨੜੀ ਜਾਤ ਮੇਰੀ ਜਾਤ ਮਿਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਲੈ ਕੰਬਲੀ ਚੱਲਿਓ ਪਲਟਾਏ, ਦੇਹੁਰੇ ਪਾਸ਼ੈ ਬੈਠਾ ਜਾਏ। ਜਿਉ ਜਿਉ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦੇਹੁਰਾ ਫਿਰੈ। ਸੱਚੀ ਲਿਵ ਵਾਲੇ ਭਗਤ ਨਾਮਦੇਵ ਨੇ ਜਿਵੇਂ ਜਿਵੇਂ ਪ੍ਰਭੂ ਦੇ ਗੁਣ ਉਚਾਰਨ ਕੀਤੇ, ਤੇ ਪ੍ਰਭੂ ਨੇ ਉਹ ਮੰਦਰ ਘੁਮਾ ਕੇ ਹੀ ਨਾਮਦੇਵ ਵੱਲੇ ਕਰ ਦਿੱਤਾ। ਜਿਸ ਦੀ ਸੱਚੀ ਲਿਵ ਲੱਗੀ ਹੋਈ ਹੈ। ਸਤਿਗੁਰੂ ਕਹਿੰਦੇ ਵੀ ਇਹ ਦੇਹ ਸਾਡੀ, ਸਰੀਰ ਸਾਡਾ ਪ੍ਰਭੂ ਨਾਲ ਜਿੰਨਾ ਚਿਰ ਸੱਚੀ ਲਿਵ ਨਹੀਂ ਨਾ ਲੱਗਦੀ, ਇਹ ਨਿਮਾਣੀ ਹੈ, ਮਾਣ ਤੋਂ ਸਖਣੀ ਹੈ, ਇਹ ਤੁੱਛ ਹੈ, ਇਹ ਵਿਚਾਰੀ ਹੈ, ਇਹ ਮਾਣ ਵਾਲੀ ਨਹੀਂ ਹੈ। ਦੁਨੀਆ ਦੇ ਵਿੱਚ ਮਹਾਰਾਜ ਕਹਿੰਦੇ ਵੀ ਦੁਨਿਆਵੀ ਮਾਣ ਭਾਵੇਂ ਇਹਨੂੰ ਇੰਨਾ ਮਿਲ ਜਾਵੇ, ਰਾਜ ਭਾਗ ਵੀ ਮਿਲ ਜਾਵੇ, ਪਰ ਨਾਮ ਤੋਂ ਬਿਨਾ ਫਿਰ ਵੀ ਦੇਹ ਨਿਮਾਣੀ ਰਹਿਣੀ ਹੈ। ਰਾਜ ਭਾਗ ਪਾ ਕੇ ਦੇਹ ਸਫਲੀ ਨਾਮ ਨਾਲ ਜੁੜ ਕਰਕੇ, ਪ੍ਰਭੂ ਨਾਲ ਸੱਚੀ ਲਿਵ ਲਾ ਕਰਕੇ ਹੀ ਦੇਹ ਸਫਲੀ ਹੋਣੀ ਹੈ। ਸਾਚੀ ਲਿਵੈ ਬਿਨ ਦੇਹ ਨਿਮਾਣੀ। ਜਿਵੇਂ ਸਤਿਗੁਰੂ ਜੀ ਨੇ ਜਪਜੀ ਸਾਹਿਬ 'ਚ ਫਰਮਾਇਆ ਵੀ ਜੇ ਇਹਦੀ ਉਮਰ ਵੀ ਵੱਡੀ ਹੋ ਜਾਵੇ, ਇਹਦੀ ਜਾਣ ਪਛਾਣ ਵੀ ਸਾਰੀ ਧਰਤੀ ਤੇ ਹੋ ਜਾਵੇ, ਇਹਦਾ ਸਤਿਕਾਰ ਵੀ ਹੋ ਜਾਵੇ ਸਾਰੇ ਪਾਸੇ, ਪਰ ਜੇ ਸੱਚੀ ਲਿਵ ਨਹੀਂ, ਪ੍ਰਭੂ ਦੀ ਨਿਗਾਹ ਵਿੱਚ ਨਹੀਂ ਇਹ ਆ ਸਕਦਾ, ਇਹ ਕੀੜਿਆਂ ਵਿੱਚ ਕੀੜਾ ਬਣਾਇਆ ਜਾਵੇਗਾ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, 4 ਯੁੱਗਾਂ ਦੀ ਇਹਦੀ ਉਮਰ ਹੋ ਜਾਵੇ, ਉਹਦੇ ਤੋਂ ਵੀ 10 ਗੁਣਾ ਜ਼ਿਆਦਾ 40 ਯੁੱਗਾਂ ਦੀ ਜਾਂ 44 ਯੁੱਗਾਂ ਦੀ ਹੋ ਜਾਵੇ। ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ, ਨਵਾਂ ਖੰਡਾਂ ਦੀ ਸਾਰੀ ਧਰਤੀ ਤੇ ਇਹਦੀ ਜਾਣ ਪਛਾਣ ਹੋ ਜਾਵੇ, ਸਾਰੇ ਲੋਕ ਇਹਦੇ ਨਾਲ ਚੱਲਣ ਲੱਗ ਪੈਣ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੈ, ਆਪਣਾ ਚੰਗਾ ਨਾਮ ਵੀ ਰਖਾ ਲਵੇ।
ਆਪਣੇ ਮੂੰਹ ਦੇ ਉੱਤੇ, ਮੁਖ ਦੇ ਉੱਤੇ ਲੋਕਾਂ ਤੋਂ ਜਸ ਵੀ ਕਰਾਵੇ, ਜਦੋਂ ਚਲੇ ਜਾਵੇ ਪਿੱਠ ਪਿਛੇ ਦੀ ਕੀਰਤੀ ਵੀ ਹੋਵੇ। ਇੰਨਾ ਕੁਝ ਹੁੰਦਿਆ ਵੀ ਮਹਾਰਾਜ ਕਹਿੰਦੇ ਜੇ ਦਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ। ਇੱਕ ਦਿਨ ਐਸਾ ਆਵੇਗਾ ਜੇ ਵਾਹਿਗੁਰੂ ਦੀ ਨਿਗਾਹ ਵਿੱਚ ਨਾ ਆਇਆ ਤੇ ਇਹਦੀ ਕਿਸੇ ਨੇ ਬਾਤ ਨਹੀਂ ਪੁੱਛਣੀ। ਕੀਟਾ ਅੰਦਰ ਕੀਟ ਕਰ, ਦੋਸੀ ਦੋਸ ਧਰੇ। ਕੀੜਿਆਂ ਦੇ ਵਿੱਚ ਇਹਨੂੰ ਕੀੜਾ ਬਣਾਇਆ ਜਾਵੇਗਾ। ਦੋਸ਼ੀ ਵੀ ਇਹਦੇ ਉੱਤੇ ਦੋਸ਼ ਧਾਰਨ ਕਰਨਗੇ। ਹੁਣ ਦੁਨਿਆਵੀ ਤੌਰ ਤੇ ਤਾਂ ਕਿੱਡਾ ਵੱਡਾ ਮਾਣ ਹੈ ਕਿ 4 ਯੁੱਗਾਂ ਦੀ ਉਮਰ ਹੋ ਜਾਣੀ ਜਾਂ 40 ਯੁੱਗਾਂ ਦੀ ਉਮਰ ਹੋ ਜਾਣੀ, 9 ਖੰਡਾਂ ਤੇ ਸਾਰੀ ਸ੍ਰਿਸ਼ਟੀ ਵਿੱਚ ਪ੍ਰਸਿੱਧੀ ਹੋ ਜਾਣੀ, ਜਸ ਹੋਣਾ, ਕੀਰਤੀ ਹੋਣੀ। ਦੁਨਿਆਵੀ ਤੌਰ ਤੇ ਤਾਂ ਕਿੱਡਾ ਵੱਡਾ ਮਾਣ ਹੈ। ਪਰ ਸਤਿਗੁਰੂ ਕਹਿੰਦੇ ਇਹ ਦੁਨਿਆਵੀ ਮਾਣ ਕਈ ਵਾਰੀ ਨਾਮ ਨੂੰ ਭੁਲਾ ਦਿੰਦਾ ਹੈ। ਇਨਸਾਨ ਦੁਨਿਆਵੀ ਮਾਣ ਦੇ ਵਿੱਚ ਫਸ ਕਰਕੇ ਨਾਮ ਤੋਂ ਭੁੱਲ ਜਾਂਦਾ ਹੈ। ਤੇ ਫਿਰ ਇਹ ਜਿਹੜਾ ਮਾਣ ਹੈ ਇਹ ਉਹ ਮਾਣ ਨਹੀਂ ਹੈ ਜਿਹੜਾ ਨਾਮ ਦੇ ਵਿੱਚੋਂ ਮਿਲਦਾ ਮਾਣ ਹੈ, ਜਿਹੜਾ ਇਸ ਦੇਹ ਨੂੰ ਨਾਮ ਨਾਲ ਜੁੜ ਕਰਕੇ ਮਿਲਣਾ। ਜੋ ਇਹਦਾ ਲੋਕ ਸੁਖੀ ਤੇ ਪਰਲੋਕ ਸੁਹੇਲਾ ਹੋਣਾ ਹੈ। ਸੱਚੀ ਲਿਵ ਤੋਂ ਬਿਨਾ ਗਰੀਬ ਨਵਾਜ ਸਾਹਿਬ ਕਹਿੰਦੇ ਇਹ ਮਾਣ ਤੋਂ ਸਖਣੀ ਹੈ ਦੇ। ਜਦੋਂ ਇਹਦੀ ਸੱਚੀ ਲਿਵ, ਸੱਚੀ ਪ੍ਰੀਤ ਪ੍ਰਭੂ ਦੇ ਨਾਲ, ਸ਼ਬਦ ਦੇ ਨਾਲ ਲੱਗੇਗੀ, ਫਿਰ ਹੀ ਇਹ ਦੇਹ, ਫਿਰ ਹੀ ਇਹ ਕਾਇਆ ਮਾਣ ਵਾਲੀ ਬਣਦੀ ਹੈ, ਸਨਮਾਨ ਵਾਲੀ ਬਣਦੀ ਹੈ। ਫਿਰ ਆਖਿਆ ਗੁਰੂ ਕੀ ਬਾਣੀ ਦੇ ਵਿੱਚ, ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਅਸਲ ਵਿੱਚ ਧਨ ਵਾਲੇ ਵੀ ਹੋ, ਉੱਚੀ ਕੁਲ ਵਾਲੇ ਵੀ ਹੋ, ਇੱਜ਼ਤ ਵਾਲੇ ਵੀ ਹੋ, ਜੀਵਨ ਮੁਕਤ ਵੀ ਹੋ, ਜਿਨ੍ਹਾਂ ਦੇ ਹਿਰਦੇ ਵਿੱਚ ਭਗਵੰਤ ਦਾ ਨਾਮ ਹੈ, ਜਿਨ੍ਹਾਂ ਦੀ ਸੱਚੀ ਲਿਵ ਲੱਗੀ ਹੋਈ ਹੈ। ਤਾਂ ਸਤਿਗੁਰੂ ਕਹਿੰਦੇ ਸੱਚੀ ਲਿਵ ਤੋਂ ਬਿਨਾ ਇਹ ਦੇਹ ਸਰੀਰ ਮਾਣ ਤੋਂ ਰਹਿਤ ਹੈ। ਦੇਹ ਨਿਮਾਣੀ ਲਿਵੈ ਬਾਜਹੁ। ਫਿਰ ਫਰਮਾਉਂਦੇ ਹਨ ਕਿ ਦੇਹ ਨਿਮਾਣੀ ਹੈ, ਮਾਣ ਤੋਂ ਸਖਣੀ ਹੈ। ਜਿੰਨਾ ਚਿਰ ਸ਼ਬਦ ਨਾਲ ਲਿਵ ਨਹੀਂ ਲੱਗਦੀ ਹੈ, ਲਿਵੈ ਬਾਜਹੁ। ਸੱਚੀ ਲਿਵ ਤੋਂ ਬਿਨਾ, ਸ਼ਬਦ ਦੀ ਪ੍ਰੀਤ ਤੋਂ ਬਿਨਾ ਇਹ ਦੇਹ ਮਾਣ ਤੋਂ ਹੀਣੀ ਹੈ, ਇਹ ਮਾਣ ਵਾਲੀ ਨਹੀਂ ਹੈ। ਕਿਆ ਕਰੇ ਵਿਚਾਰੀਆ। ਮਾਰੇ ਕਿਹਦੇ ਵਿਚਾਰੀ ਆ? ਇਹ ਫਿਰ ਵਿਚਾਰੀ ਆ, ਇਹ ਵਿਚਾਰੀ ਦੇ ਕੀ ਕਰ ਸਕਦੀ ਹੈ? ਉਂਝ ਇਸ ਪੌੜੀ ਦੇ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਪ੍ਰਭੂ ਦੇ ਅੱਗੇ ਬੇਨਤੀ ਕਰਦਿਆਂ ਹੋਇਆਂ ਸਾਨੂੰ ਸੰਸਾਰੀ ਜੀਵਾਂ ਨੂੰ ਇਹ ਸਿੱਖਿਆ ਦਿੱਤੀ ਹੈ ਕਿ ਇਸ ਬਾਣੀ ਨੂੰ ਪੜ੍ਹਦਿਆਂ ਹੋਇਆਂ ਵਾਹਿਗੁਰੂ ਅੱਗੇ ਆਪਣੀ ਦੇਹ ਨੂੰ ਸਫਲੀ ਕਰਨ ਵਾਸਤੇ ਇੰਜ ਬੇਨਤੀ ਕਰੀਏ ਕਿ ਮਹਾਰਾਜ ਸਾਡੀ ਦੇਹ ਸੱਚੀ ਲਿਵ ਤੋਂ ਬਿਨਾ ਨਿਮਾਣੀ ਹੈ। ਦੇਹ ਨਿਮਾਣੀ ਹੈ ਸਾਡੀ ਮਹਾਰਾਜ ਸੱਚੀ ਲਿਵ ਤੋਂ ਬਿਨਾ, ਸੱਚੀ ਪ੍ਰੀਤ ਤੋਂ ਬਿਨਾ। ਕਿਆ ਕਰੇ ਵਿਚਾਰੀਆ। ਇਹ ਵਿਚਾਰੀ, ਇਹ ਮਾਮੂਲੀ ਜੀ ਦੇਹ ਸਾਡੀ, ਇਹ ਮਾਣ ਤੋਂ ਸਖਣੀ ਦੇਹ ਸਾਡੀ ਕੀ ਕਰ ਸਕਦੀ ਹੈ? ਇਹ ਆਪਣੇ ਆਪ ਇਹ ਸੱਤਾ ਤੋਂ ਹੀਣੀ ਕੀ ਕਰ ਸਕਦੀ ਹੈ? ਤੁਧ ਬਾਜ ਸਮਰੱਥ ਕੋਇ ਨਾਹੀ। ਕਿਉਂਕਿ ਇਹ ਦੇਹ, ਇਹ ਪ੍ਰਭੂ ਆਪ ਜੀ ਦੀ ਕਿਰਪਾ ਦੇ ਨਾਲ ਹੀ ਸਫਲੀ ਹੋ ਸਕਦੀ ਹੈ। ਤੁਧ ਬਾਜ, ਅਕਾਲ ਪੁਰਖ ਵਾਹਿਗੁਰੂ ਜੀ ਆਪ ਤੋਂ ਬਿਨਾ, ਤੁਧ ਕਹੀਏ ਆਪ ਪਰਮੇਸ਼ਰ, ਬਾਜ ਤੇਰੇ ਤੋਂ ਬਾਜ ਬਿਨਾ ਸਮਰੱਥ ਕੋਏ ਨਾਹੀ। ਐਸਾ ਸਮਰੱਥ ਹੋਰ ਕੋਈ ਨਹੀਂ ਹੈ ਕਿ ਸਾਡੇ ਇਸ ਦੇਹ ਦੇ ਅੰਦਰ ਸੱਚੀ ਲਿਵ ਲਾ ਸਕੇ। ਇਹ ਵਾਹਿਗੁਰੂ ਜੀ ਆਪ ਜੀ ਦੀ ਕਿਰਪਾ ਦੇ ਨਾਲ ਹੀ ਇਹ ਦੇਹ ਦੇ ਵਿੱਚ ਸੱਚੀ ਲਿਵ ਸ਼ਬਦ ਨਾਲ ਜੁੜ ਸਕਦੀ ਹੈ। ਆਪ ਜੀ ਦੇ ਨਾਲ ਸੱਚੀ ਪ੍ਰੀਤ ਜੁੜ ਸਕਦੀ ਹੈ।
ਆਪ ਤੋਂ ਬਿਨਾ ਹੋਰ ਕਿਸੇ ਵਿੱਚ ਸਮਰੱਥਾ ਨਹੀਂ ਹੈ। ਤੁਸੀਂ ਹੀ ਸਰਬ ਕਲਾ ਸਮਰੱਥ ਹੋ, ਆਪ ਤੋਂ ਬਾਝੋਂ ਕੋਈ ਵੀ ਸਮਰੱਥ ਨਹੀਂ ਹੈ। ਕਿਰਪਾ ਕਰ ਬਨਵਾਰੀਆ, ਇਹ ਸੰਸਾਰ ਬਗੀਚੇ ਦੇ ਵਾਲੀਆ, ਸੰਸਾਰ ਬਾਗ ਦੇ ਮਾਲਕਾ, ਕਿਰਪਾ ਕਰ। ਇਹ ਸਾਰਾ ਸੰਸਾਰ ਰੂਪੀ ਬਨ, ਬਗੀਚਾ, ਸੰਸਾਰ ਰੂਪੀ ਜੰਗਲ, ਇਹ ਆਪ ਜੀ ਦਾ ਹੀ ਪੈਦਾ ਕੀਤਾ ਹੋਇਆ ਹੈ। ਤੁਸੀਂ ਇਹਦੇ ਵਾਲੀ ਹੋ, ਮਾਲਕ ਹੋ। ਕਿਰਪਾ ਕਰ ਬਨਵਾਰੀਆ। ਇਹ ਸੰਸਾਰ ਬਾਗ ਦੇ ਮਾਲਕਾ, ਕਿਰਪਾ ਕਰ। ਤੇਰੇ ਤੋਂ ਬਿਨਾ ਕੋਈ ਸਮਰੱਥ ਨਹੀਂ ਹੈ ਕਿ ਸੱਚੀ ਲਿਵ ਲਾ ਸਕੇ। ਸਾਡੀ ਇਸ ਦੇਹ ਦੇ ਅੰਦਰ ਆਪਣੀ ਕਿਰਪਾ ਕਰੋ ਕਿ ਸ਼ਬਦ ਦੇ ਨਾਲ ਸੁਰਤ ਜੁੜ ਜਾਵੇ। हे ਪ੍ਰਭੂ, ਆਪ ਜੀ ਦੇ ਸ਼ਬਦ ਦੇ ਨਾਲ ਸੱਚੀ ਲਿਵ ਲੱਗ ਜਾਵੇ, ਕਿਉਂਕਿ ਸੱਚੀ ਲਿਵ ਤੋਂ ਬਿਨਾ ਮਹਾਰਾਜ ਸਾਹਿਬ ਜੀ ਕਹਿੰਦੇ ਖਾਣਾ ਵੀ ਸਫਲਾ ਨਹੀਂ, ਪੀਣਾ ਵੀ ਸਫਲਾ ਨਹੀਂ, ਪਹਿਨਣਾ ਵੀ ਸਫਲਾ ਨਹੀਂ। ਇਹ ਦੇਹ ਦੇ ਨਾਲ ਜੋ ਕੁਝ ਕੀਤਾ ਜਾਂਦਾ, ਸਤਿਗੁਰੂ ਕਹਿੰਦੇ ਸਾਰਾ ਕੁਝ ਹੀ ਨਿਸਫਲ ਹੈ, ਜਿੰਨਾ ਚਿਰ ਇਸ ਦੇਹ ਦੀ ਸੱਚੀ ਲਿਵ ਨਹੀਂ ਲੱਗਦੀ ਪ੍ਰਭੂ ਦੇ ਨਾਲ, ਸੱਚੀ ਪ੍ਰੀਤ ਨਹੀਂ ਲੱਗਦੀ। ਲਗਾਤਾਰਤਾ ਨਹੀਂ ਪ੍ਰੀਤ ਦੀ ਬਣਦੀ। ਸਦਾ ਵਾਸਤੇ ਪ੍ਰਭੂ ਨਾਲ ਪ੍ਰੀਤ ਨਹੀਂ ਇੱਕ ਰਸ ਲੱਗਦੀ ਜਿੰਨਾ ਚਿਰ। ਗੁਰਬਾਣੀ ਅੰਦਰ ਸਤਿਗੁਰੂ ਤੀਜੇ ਪਾਤਸ਼ਾਹ ਜੀ ਨੇ ਫਰਮਾਇਆ ਹੈ, ਮਹਾਰਾਜ ਕਹਿੰਦੇ ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ। ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ। ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ। ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ। ਤ੍ਰਿਗ ਸਰੀਰ ਕੁਟੰਬ ਸਹਿਤ ਸਿਉ, ਤ੍ਰਿਗ ਸਰੀਰ ਕੁਟੰਬ ਸਹਿਤ ਸਿਉ। ਤ੍ਰਿਗ ਸਰੀਰ ਕੁਟੰਬ ਸਹਿਤ ਸਿਉ, ਤ੍ਰਿਗ ਸਰੀਰ ਕੁਟੰਬ ਸਹਿਤ ਸਿਉ। ਜਿਤ ਹੁਣ ਖਸਮ ਨ ਪਾਇਆ, ਜਿਤ ਹੁਣ ਖਸਮ ਨ ਪਾਇਆ। ਜਿਤ ਹੁਣ ਖਸਮ ਨ ਪਾਇਆ, ਜਿਤ ਹੁਣ ਖਸਮ ਨ ਪਾਇਆ। ਪੌੜੀ ਛੁੜਕੀ ਫਿਰ ਹਾਥ ਨ ਆਵੇ, ਪੌੜੀ ਛੁੜਕੀ ਫਿਰ ਹਾਥ ਨ ਆਵੇ। ਪੌੜੀ ਛੁੜਕੀ ਫਿਰ ਹਾਥ ਨ ਆਵੇ, ਪੌੜੀ ਛੁੜਕੀ ਫਿਰ ਹਾਥ ਨ ਆਵੇ। ਅਹਿਲਾ ਜਨਮ ਗਵਾਇਆ, ਅਹਿਲਾ ਜਨਮ ਗਵਾਇਆ। ਪਹਿਲਾ ਜਨਮ ਗਵਾਇਆ, ਪਹਿਲਾ ਜਨਮ ਗਵਾਇਆ। ਸੱਚੀ ਲਿਵ ਤੋਂ ਬਿਨਾ ਕਿੰਨੀ ਨਿਮਾਣੀ ਹੈ, ਕਿਵੇਂ ਮਾਣ ਤੋਂ ਸਖਣੀ ਹੈ ਦੇਹ। ਸਤਿਗੁਰੂ ਕਹਿੰਦੇ ਇਹਦਾ ਖਾਧਾ ਪੀਤਾ ਵੀ ਸਫਲਾ ਨਹੀਂ ਹੈ। ਜੋ ਤ੍ਰਿਗ ਤ੍ਰਿਗ ਆਖਿਆ ਨਾ ਗੁਰੂ ਸਾਹਿਬ ਜੀ ਨੇ, ਇਹ ਤ੍ਰਿਗ ਦਾ ਅਰਥ ਕੀਤਾ ਹੈ ਗੁਰਮੁਖਾਂ ਨੇ, ਮਹਾਂਪੁਰਖਾਂ ਨੇ 100 ਵਾਰੀ ਫਿਟੇ ਮੂੰਹ ਆਖੀਏ ਤੇ ਇੱਕ ਲਾਹਣਤ, ਤੇ 100 ਵਾਰੀ ਲਾਹਣਤ ਆਖੀ ਜਾਈਏ ਤੇ ਇੱਕ ਤ੍ਰਿਗ। ਤੇ ਗੁਰੂ ਸਾਹਿਬ ਜੀ ਨੇ ਆਖਿਆ 2-2 ਵਾਰੀ ਤ੍ਰਿਗ ਤ੍ਰਿਗ। ਕਿੰਨੀ ਵਾਰੀ ਲਾਹਣਤਾਂ ਹੋ ਗਈਆਂ। ਮਹਾਰਾਜ ਕਹਿੰਦੇ ਤ੍ਰਿਗ ਤ੍ਰਿਗ ਖਾਇਆ, ਇਸ ਦੇਹ ਦਾ ਖਾਧਾ ਪੀਤਾ ਵੀ ਤਰਕਾਰ ਜੋ। ਤ੍ਰਿਗ ਤ੍ਰਿਗ ਸੋਇਆ, ਸੌਣਾ ਵੀ ਤਰਕਾਰ ਜੋ, ਲਾਹਣਤ ਜੋ। ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ। ਬੰਦਾ ਤੇ ਮਾਣ ਹੀ ਬੜਾ ਕਰਦਾ, ਪਰ ਸਤਿਗੁਰੂ ਕਹਿੰਦੇ ਨਿਮਾਣੀ ਆ ਦੇ ਨਾਮ ਤੋਂ ਬਿਨਾ, ਸੱਚੀ ਲਿਵ ਤੋਂ ਬਿਨਾ। ਇਹ ਕੱਪੜੇ ਪਾ ਕੇ ਮਹਿੰਗੇ ਮਹਿੰਗੇ ਤੇ ਕਹਿੰਦਾ ਵੀ ਦੇਹ ਸਫਲੀ ਹੋ ਗਈ।
ਵੀ ਜੀਵਨ ਮੁਕੰਮਲ ਹੋ ਗਿਆ, ਵੀ ਆਹ ਕੁਝ ਹੀ ਸੀ ਜੋ ਜੀਵਨ ਦੇ ਵਿੱਚ ਚਾਹੀਦਾ ਸੀ। ਖਾ ਲਿਆ ਬੜਾ ਚੰਗਾ, ਤੜਕੇ ਸ਼ਮਕੇ ਲਾ ਕੇ ਪਦਾਰਥ ਛਕ ਲਏ, ਪੀ ਲਿਆ ਬਹੁਤ ਕੁਝ, ਕੱਪੜੇ ਬੜੇ ਮਹਿੰਗੇ ਮਹਿੰਗੇ ਪਾਲੇ ਇਸ ਦੇਹ ਦੇ ਉੱਤੇ, ਦੇਹ ਸਫਲੀ ਸਮਝਦਾ। ਪਰ ਸਤਿਗੁਰੂ ਕਹਿੰਦੇ ਵੀ ਧ੍ਰਿਗ ਧ੍ਰਿਗ ਕਾਪੜ ਅੰਗ ਚੜਾਇਆ। ਇਹ ਦੇਹ ਦੇ ਕਾਇਆ ਦੇ ਉੱਤੇ, ਅੰਗਾਂ ਦੇ ਉੱਤੇ ਜਿਹੜੇ ਕੱਪੜੇ ਚੜਾਏ ਵੀ ਧ੍ਰਿਗ ਧ੍ਰਿਗ ਲਾਹਣਤ ਜੋ। ਫਿਰ ਅੱਗੇ ਮਹਾਰਾਜ ਸਾਹਿਬ ਆਖਿਆ ਧ੍ਰਿਗ ਸਰੀਰ, ਜਿੱਥੇ ਸਰੀਰ ਨੂੰ ਧ੍ਰਿਗ ਆ ਨਾ ਲਾਹਣਤ ਹੈ। ਤੇ ਜਿਸ ਪਰਿਵਾਰ ਵਿੱਚ ਰਹਿੰਦਾ, ਜੇ ਉਹ ਸਾਰੇ ਪਰਿਵਾਰ ਦੀ ਸੱਚੀ ਲਿਵ ਵੀ ਪ੍ਰਭੂ ਨਾਲ ਨਹੀਂ ਲੱਗੀ, ਉਹ ਪਰਿਵਾਰ ਵੀ ਨਾਮ ਨਹੀਂ ਜਪਦਾ, ਤੇ ਗੁਰੂ ਸਾਹਿਬ ਕਹਿੰਦੇ ਪਰਿਵਾਰ ਵੀ ਤਰਕਾਰ ਜੋ। ਧ੍ਰਿਗ ਸਰੀਰ ਕੁਟੰਬ ਸਹਿਤ ਸਿਓ, ਕੁਟੰਬ ਕਹਿੰਦੇ ਪਰਿਵਾਰ ਨੂੰ। ਧ੍ਰਿਗ ਸਰੀਰ ਕੁਟੰਬ ਸਹਿਤ ਸਿਓ, ਜਿਤ ਹੁਣ ਖਸਮ ਨਾ ਪਾਇਆ। ਹੁਣ ਤੋਂ ਭਾਵ ਹੈ ਵੀ ਇਸ ਮਨੁੱਖਾ ਦੇਹ ਦੀ ਪ੍ਰਾਪਤੀ ਦੇ ਵਿੱਚ, ਮਾਨਸ ਜਨਮ ਦੇ ਵਿੱਚ, ਇਸ ਵਾਰੀ ਦੇ ਵਿੱਚ। ਧ੍ਰਿਗ ਸਰੀਰ ਕੁਟੰਬ ਸਹਿਤ ਸਿਓ, ਜਿਤ ਹੁਣ ਖਸਮ ਨਾ ਪਾਇਆ। ਪੌੜੀ ਛੁੜ ਕੇ ਫਿਰ ਹਾਥ ਨਾ ਆਵੇ। ਇੱਕ ਪੌੜੀ ਮਿਲੀ ਆ, ਇੱਕ ਵਾਰੀ ਮਿਲੀ ਆ ਮਨੁੱਖਾ ਦੇਹ ਦੀ, ਪਰ ਜਦੋਂ ਪੌੜੀ ਹੱਥੋਂ ਛੁੱਟ ਗਈ ਫਿਰ ਹੱਥ ਵਿੱਚ ਨਹੀਂ ਆਉਣੀ ਏ। ਅਹਿਲਾ ਜਨਮ ਗਵਾਇਆ, ਅਮੋਲਕ ਜਨਮ ਐਵੇਂ ਹੀ ਗਵਾ ਦਿੱਤਾ, ਨਿਸਫਲ ਹੀ ਗਵਾ ਦਿੱਤਾ ਮਾਨਸ ਜਨਮ। ਆਸਾ ਕੀ ਵਾਰ ਦਾ ਕੀਰਤਨ ਰੋਜ਼ ਗੁਰੂ ਕੇ ਅਸਥਾਨਾਂ ਤੇ ਹੁੰਦਾ ਹੈ। ਇਸ ਅਸਥਾਨ ਤੇ ਵੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਹਰ ਰੋਜ਼ ਗੁਰੂ ਘਰ ਦੇ ਕੀਰਤਨੀਏ ਸੰਪੂਰਨ ਆਸਾ ਦੀ ਵਾਰ ਦਾ ਕੀਰਤਨ ਗਾਇਨ ਕਰਦੇ ਹਨ। ਤੇ ਆਸਾ ਕੀ ਵਾਰ ਚ ਮਹਾਰਾਜ ਸਾਹਿਬ ਜੀ ਨੇ ਇਸ ਦੇਹ ਦੀ ਨਿਸਫਲਤਾ ਦੱਸਦੇ ਹੋਏ ਬਚਨ ਕੀਤੇ ਕਿ ਜੇ ਪ੍ਰਭੂ ਦਾ ਨਾਮ ਨਹੀਂ ਨਾ ਜਪਦਾ ਤੇ ਫਿਰ ਲਾਹਣਤਾਂ ਪੈਂਦੀਆਂ। ਸਤਿਗੁਰੂ ਜੀ ਨੇ ਭੋਜਨਾਂ ਨੂੰ ਆਖਿਆ ਵੀ ਬੜੇ ਪਵਿੱਤਰ ਭੋਜਨ, ਦੇਵਤਾ ਅੱਖਰ ਵਰਤਿਆ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾ ਪਾਇਆ ਕਿਰਤ, ਤਾ ਹੋਆ ਪਾਕ ਪਵਿੱਤ। ਇਹ ਪੰਜ ਚੀਜ਼ਾਂ ਮਿਲ ਕਰਕੇ ਭੋਜਨ ਤਿਆਰ ਹੋਇਆ। ਬਹੁਤ ਸੋਹਣਾ ਪਵਿੱਤਰ ਭੋਜਨ ਤਿਆਰ ਹੋਇਆ। ਅੰਨ ਦੇਵਤਾ, ਪਹਿਲਾਂ ਅੰਨ ਮਿਲਿਆ, ਦੇਵਤਾ ਤੋਂ ਭਾਵ ਪਵਿੱਤਰ। ਅੰਨ ਦੇਵਤਾ, ਪਾਣੀ ਦੇਵਤਾ, ਫਿਰ ਅੰਨ ਦੇ ਵਿੱਚ ਪਾਣੀ ਮਿਲਾਇਆ ਗਿਆ, ਪਾਣੀ ਵੀ ਮਿਲਿਆ ਭੋਜਨ ਤਿਆਰ ਕਰਨ ਵਾਸਤੇ। ਬੈਸੰਤਰ ਦੇਵਤਾ, ਫਿਰ ਅੱਗ ਵੀ ਬਾਲੀ ਗਈ ਭੋਜਨ ਨੂੰ ਪਕਾਉਣ ਵਾਸਤੇ। ਲੂਣ, ਚੌਥਾ ਵਿੱਚ ਲੂਣ ਪਾਇਆ ਗਿਆ। ਪੰਜਵਾ ਪਾਇਆ ਕਿਰਤ, ਕਿਰਤ ਕਹਿੰਦੇ ਘਿਓ ਨੂੰ, ਪੰਜਵਾਂ ਘਿਓ ਵੀ ਪਾਇਆ। ਲੰਗਰ ਪਾਣੀ ਸਬਜ਼ੀ ਭਾਜੀ ਤਿਆਰ ਕਰਨ ਲੱਗਿਆ ਪੰਜਵਾਂ ਘਿਓ ਪਾਇਆ। ਜਦੋਂ ਖਾਲਸੇ ਬੋਲੇ ਬਣਾਏ ਨਾ ਗੁਰੂ ਕੇ ਸਿੰਘਾਂ ਨੇ, ਖਾਲਸਿਆਂ ਨੇ, ਕੁਝ ਬੋਲੇ ਤਾਂ ਕਲਗੀਧਰ ਪਾਤਸ਼ਾਹ ਨੇ ਆਪਣੀ ਰਸਨਾ ਤੋਂ ਬਖਸ਼ਿਸ਼ ਕੀਤੇ। ਜਿਵੇਂ ਇੱਕ ਨੂੰ 1.25 ਲੱਖ ਕਹਿਣਾ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਬਖਸ਼ਿਆ। ਜਿਵੇਂ ਬੱਚੇ ਬੱਚੀਆਂ ਨੂੰ ਭੁਜੰਗੀ ਤੇ ਭੁਜੰਗਣਾ ਕਹਿਣਾ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਆਖਿਆ। ਬਹੁਤੇ ਬੋਲੇ ਜਿਹੜੇ ਆ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਆਪ ਦਿੱਤੇ। ਬੋਲੀ ਨੂੰ ਬੋਲਾ ਕਹਿਣਾ, ਇਹ ਵੀ ਗੁਰੂ ਸਾਹਿਬ ਨੇ ਆਪ ਦਿੱਤਾ। ਤਾਂ ਹੀ ਆਪਾਂ ਬੋਲੇ ਕਹਿੰਦੇ ਨਾ, ਖਾਲਸਾ ਹੀ ਬੋਲੇ। ਖਾਲਸਾ ਹੀ ਬੋਲ ਵੀ ਕਿਹਾ ਜਾ ਸਕਦਾ, ਖਾਲਸਾ ਹੀ ਬੋਲੀ ਵੀ ਕਿਹਾ ਜਾ ਸਕਦਾ, ਪਰ ਖਾਲਸੇ ਦੀ ਬੋਲੀ ਵਿੱਚ ਬੋਲ ਨੂੰ, ਬੋਲੀ ਨੂੰ ਬੋਲੇ ਕਿਹਾ ਜਾਂਦਾ। ਤਾਂ ਬਹੁਤੇ ਜਿਹੜੇ ਮਹਾਰਾਜ ਨੇ ਬਚਨ ਆਪ ਆਪਣੀ ਬਾਣੀ ਦੁਆਰਾ, ਆਪਣੀ ਰਸਨਾ ਦੁਆਰਾ, ਆਪਣੇ ਉਪਦੇਸ਼ ਦੁਆਰਾ ਇਹ ਬੋਲੇ ਬਖਸ਼ਿਸ਼ ਕੀਤੇ। ਤੇ ਕੁਝ ਬਾਅਦ ਵਿੱਚ ਗੁਰੂ ਕੇ ਖਾਲਸੇ ਨੇ ਬਣਾਏ ਬੋਲੇ। ਨਵਾਬ ਕਪੂਰ ਸਿੰਘ ਜੀ ਨੇ ਬਹੁਤੇ ਬੋਲੇ ਘੜੇ ਗੁਰਬਾਣੀ ਦੇ ਵਿੱਚੋਂ।
ਜਿਵੇਂ ਗੁਰਬਾਣੀ ਵਿੱਚ ਇੱਥੇ ਆਸਾ ਕੀ ਵਾਰ ਵਿੱਚ ਗਿਣਤੀ ਕਰਦਿਆਂ ਪੰਜਵੇਂ ਪਦਾਰਥ ਦੀ ਜਦੋਂ ਗਿਣਤੀ ਕੀਤੀ ਤੇ ਮਹਾਰਾਜ ਨੇ ਆਖਿਆ ਪੰਜਵਾ ਪਾਇਆ ਕਿਰਤ, ਤੇ ਗੁਰੂ ਕੇ ਖਾਲਸੇ ਨੇ ਘਿਓ ਦਾ ਨਾਂ ਹੀ ਪੰਜਵਾਂ ਰੱਖ ਦਿੱਤਾ। ਅੱਜ ਤੀਕ ਉਹ ਫਿਰ ਸਿੰਘਾਂ ਦੇ ਵਿੱਚ, ਸਿੰਘਾਂ ਦੀ ਬੋਲੀ ਦੇ ਵਿੱਚ ਜਿਸ ਵੇਲੇ ਘਿਓ ਤੇ ਕਹਿੰਦੇ ਵੀ ਪੰਜਵਾਂ ਲੈ ਆਓ ਭਾਈ, ਇਸੇ ਪ੍ਰਕਾਰ ਨਾਲ ਹੋਰ ਵੀ ਬੜੇ ਬੋਲੇ ਰੱਖੇ। ਤਾਂ ਮਹਾਰਾਜ ਸਾਹਿਬ ਜੀ ਨੇ ਪੰਜ ਗਿਣੇ ਵੀ ਪੰਜਵਾਂ ਘਿਓ ਪਾਇਆ ਤਾਂ ਹੋਆ ਪਾਕ ਪਵਿੱਤਰ, ਫਿਰ ਪਦਾਰਥ ਤਿਆਰ ਹੋ ਗਿਆ ਤੇ ਛਕਣ ਵਾਲੇ ਨੇ ਛਕਿਆ। ਇਹ ਸੱਚੀ ਲਿਵ ਤੋਂ ਬਿਨਾਂ ਨਿਮਾਣੀ ਦੇਹ ਨੇ, ਸਰੀਰ ਨੇ ਉਹ ਭੋਜਨ ਖਾਧਾ। ਜਦੋਂ ਸਰੀਰ ਦੇ ਅੰਦਰ ਉਹ ਭੋਜਨ ਗਿਆ, ਛਕਣ ਤੋਂ ਪਹਿਲਾਂ ਕਿੱਡਾ ਸੁਗੰਧੀਦਾਰ ਸੀਗਾ ਉਹ ਭੋਜਨ। ਜਦੋਂ ਰਸੋਈ ਵਿੱਚ ਪਿਆ ਸੀ, ਲੰਗਰ ਵਿੱਚ ਪਿਆ ਸੀ, ਮਹਾਰਾਜ ਕਹਿੰਦੇ ਪਾਪੀ ਸਿਓ ਤਨ ਗੱਡਿਆ। ਸੱਚੀ ਲਿਵ ਤੋਂ ਬਿਨਾਂ ਇਹ ਦੇਹ ਪਾਪੀ ਬਣ ਜਾਂਦਾ ਹੈ, ਇਹ ਸਰੀਰ ਪਾਪੀ ਹੋ ਜਾਂਦਾ ਹੈ। ਹੋਰ ਭਾਵੇਂ ਕੋਈ ਇਹ ਪਾਪ ਕਰੇ ਚਾਹੇ ਨਾ ਕਰੇ, ਇਹ ਵੀ ਇੱਕ ਤਰ੍ਹਾਂ ਦਾ ਇਹਦਾ ਪਾਪ ਹੀ ਹੋ ਜਾਂਦਾ ਜੋ ਇਹ ਪ੍ਰਭੂ ਨਾਲ ਲਿਵ ਨਹੀਂ ਜੋੜਦਾ, ਵਾਹਿਗੁਰੂ ਦੀ ਬੰਦਗੀ ਨਹੀਂ ਕਰਦਾ। ਮਹਾਰਾਜ ਸਾਹਿਬ ਨੇ ਆਖਿਆ ਉਹ ਭੋਜਨ ਇਸ ਸਰੀਰ ਵਿੱਚ ਜਦੋਂ ਗੱਡਿਆ ਗਿਆ, ਭਾਵ ਇਹਨੇ ਛਕਿਆ ਤੇ ਅੰਦਰ ਗਿਆ, ਤੇ ਅੰਦਰੋਂ ਫਿਰ ਉਹ ਮੈਲੇ ਦਾ ਰੂਪ ਬਣ ਕੇ ਬਾਹਰ ਆਇਆ। ਪਾਪੀ ਸਿਓ ਤਨ ਗੱਡਿਆ, ਥੁੱਕਾਂ ਪਈਆਂ ਤਿੱਤ। ਤੇ ਉਹ ਮੈਲਾ ਜਿੱਥੇ ਪਿਆ ਹੈ, ਜਿਹੜਾ ਵੀ ਕੋਈ ਵੇਖਦਾ ਹੈ ਉਹ ਥੁੱਕ ਕੇ ਲੰਘਦਾ ਹੈ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾ ਪਾਇਆ ਕਿਰਤ, ਤਾਂ ਹੋਆ ਪਾਕ ਪਵਿੱਤ। ਪਾਪੀ ਸਿਓ ਤਨ ਗੱਡਿਆ, ਥੁੱਕਾਂ ਪਈਆਂ ਤਿੱਤ। ਇਹ ਤਾਂ ਭੋਜਨ ਦੀ ਗੱਲ ਹੋ ਗਈ ਨਾ। ਜਦੋਂ ਭੋਜਨ ਤੋਂ ਇਸ ਸਰੀਰ ਵਿੱਚ ਗਿਆ ਤੇ ਵਿਸ਼ਟਾ ਦਾ ਰੂਪ ਧਾਰ ਗਿਆ ਤੇ ਉਹਦੇ ਤੇ ਥੁੱਕਾਂ ਪਈਆਂ। ਇਹ ਆ ਦ੍ਰਿਸ਼ਟਾਂਤ, ਇਹਦਾ ਦਾ ਦ੍ਰਿਸ਼ਟਾਂਤ ਅਗਲੀਆਂ ਪੰਕਤੀਆਂ 'ਚ ਕਹਿੰਦੇ ਮਹਾਰਾਜ। ਗਰੀਬ ਨਵਾਜ ਕਹਿੰਦੇ ਇਸੇ ਤਰ੍ਹਾਂ ਜਿਤ ਮੁਖ ਨਾਮ ਨਾ ਉਚਰਾ ਹੈ। ਜਿਨ੍ਹਾਂ ਮੁਖਾਂ ਦੇ ਨਾਲ ਨਾਮ ਨਹੀਂ ਉਚਾਰਨ ਕੀਤਾ ਜਾਂਦਾ। ਬਿਨ ਨਾਵੈ ਰਸ ਖਾਹੇ, ਬਿਨਾ ਨਾਮ ਜਪੇ ਤੋਂ ਹੀ ਰਸ ਪਦਾਰਥ ਜੀਵ ਖਾਂਦੇ ਆ। ਨਾਨਕ ਏਵੈ ਜਾਣੀਐ, ਇਸੇ ਤਰ੍ਹਾਂ ਜਾਣ ਲਈਏ ਜਿਵੇਂ ਭੋਜਨ ਦੇ ਨਾਲ ਹੋਇਆ, ਜਿਵੇਂ ਇਹਦੇ ਤੇ ਥੁੱਕਾਂ ਪਈਆਂ। ਨਾਨਕ ਏਵੈ ਜਾਣੀਐ ਤਿਤ ਮੁਖ ਥੁੱਕਾਂ ਪਾਹੇ। ਉਹਨਾਂ ਮੁੱਖਾਂ ਦੇ ਉੱਤੇ ਵੀ ਮਹਾਰਾਜ ਕਹਿੰਦੇ ਥੁੱਕਾਂ ਹੀ ਪੈਂਦੀਆਂ, ਲਾਹਣਤਾਂ ਹੀ ਪੈਂਦੀਆਂ, ਜਿਹੜੇ ਸਰੀਰ, ਜਿਹੜੇ ਮੁਖ ਪ੍ਰਭੂ ਜੀ ਦਾ ਨਾਮ ਨਹੀਂ ਜਪਦੇ। ਨਾਮ ਤੋਂ ਬਿਨਾ, ਸੱਚੀ ਲਿਵ ਤੋਂ ਬਿਨਾ, ਗਰੀਬ ਨਵਾਜ ਕਹਿੰਦੇ ਇਹ ਦੇਹ ਸਫਲੀ ਨਹੀਂ, ਇਹ ਨਿਮਾਣੀ ਹੈ। ਤੇ ਗਰੀਬ ਨਵਾਜ ਕਹਿੰਦੇ ਵਾਹਿਗੁਰੂ ਅੱਗੇ ਬੇਨਤੀ ਇਸ ਤਰ੍ਹਾਂ ਕਰੀਏ, ਤੁਧ ਬਾਝ ਸਮਰੱਥ ਕੋਏ, ਨਾਹੀ ਕਿਰਪਾ ਕਰ ਬਨਵਾਰੀਆ। ਇਹ ਸੰਸਾਰ ਬਾਗ ਦੇ ਮਾਲਕਾ ਵਾਲੀਆ, ਕਿਰਪਾ ਕਰ, ਤੇਰੇ ਤੋਂ ਬਿਨਾ ਕੋਈ ਵੀ ਸਮਰੱਥ ਨਹੀਂ ਹੈ ਕਿ ਸਾਡੀ ਲਿਵ, ਇਹ ਸੱਚੀ ਲਿਵ ਸ਼ਬਦ ਵਿੱਚ ਲੱਗ ਜਾਵੇ। ਇਸ ਨੌ ਹੋਰ ਥਾਓ ਨਾਹੀ। ਇਸ ਦੇਹ ਨੂੰ ਆਪ ਜੀ ਦੇ ਦਰ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਹੈ ਜਿੱਥੇ ਇਹ ਪ੍ਰਵਾਨ ਹੋ ਜਾਵੇ, ਇਹ ਸੱਚੀ ਲਿਵ ਇਸ ਦੀ ਲੱਗ ਜਾਵੇ। ਸ਼ਬਦ ਲਾਗ ਸਵਾਰੀਆ। ਇਹ ਪ੍ਰਭੂ ਜੀ ਸ਼ਬਦ ਦੇ ਨਾਲ ਇਹ ਲੱਗ ਜਾਵੇ ਸਾਡੀ ਦੇਹ, ਸਾਡੀ ਲਿਵ, ਅੰਦਰ ਦੀ ਬਿਰਤੀ, ਤੇ ਸ਼ਬਦ ਦੇ ਨਾਲ ਲਗਾ ਕੇ, ਸ਼ਬਦ ਦੇ ਨਾਲ ਜੋੜ ਕਰਕੇ ਇਸ ਦੇਹ ਨੂੰ ਆਪ ਜੀ ਸਵਾਰ ਦੇਣਾ ਕਰੋ। ਦੇਹ ਵੇਖੋ ਸਾਧ ਸੰਗਤ ਜੀ ਉਹੀ ਹੈ ਜਦੋਂ ਸ਼ਬਦ ਨਾਲੋਂ ਟੁੱਟ ਜਾਂਦੀ ਹੈ, ਸੱਚੀ ਲਿਵ ਨਾਲੋਂ ਟੁੱਟ ਜਾਂਦੀ ਹੈ ਬਿਰਤੀ, ਤੇ ਇਹ ਦੇਹ ਨਿਮਾਣੀ ਹੋ ਜਾਂਦੀ ਹੈ। ਤੇ ਜਦੋਂ ਸ਼ਬਦ ਨਾਲ ਬਿਰਤੀ ਜੁੜ ਜਾਂਦੀ ਹੈ ਤੇ ਇਹ ਦੇਹ ਜਿਹੜੀ ਹੈ ਭਾਗਾਂ ਵਾਲੀ ਹੋ ਜਾਂਦੀ ਹੈ, ਇਹ ਦੇਹ ਸਫਲੀ ਹੋ ਜਾਂਦੀ ਹੈ। ਦੇਹ ਉਹੀ ਹੈ, ਦੇਹ ਨੂੰ ਨਮਸਕਾਰਾਂ ਵੀ ਹੋਣ ਲੱਗ ਪੈਂਦੀਆਂ, ਦੇਹ ਦਾ ਸਤਿਕਾਰ ਹੋਣ ਲੱਗ ਪੈਂਦਾ। ਮਹਾਰਾਜ ਨੇ ਅੰਮ੍ਰਿਤ ਬਾਣੀ ਚ ਆਖਿਆ, ਜਿਸ ਨੀਚ ਕਾ ਕੋਈ ਨਾ ਜਾਣੈ, ਜਿਸ ਨੀਚ ਕਾ ਕੋਈ ਨਾ ਜਾਣੈ, ਜਿਸ ਨੀਚ ਕਾ ਕੋਈ ਨਾ ਜਾਣੈ,
ਜਿਸ ਨੀਚ ਕਾ ਕੋਈ ਨ ਜਾਣੈ। ਨਾਮ ਜਪਤੇ ਉਹ ਚਾਹ ਕੁੰਟ ਮਾਨੈ, ਨਾਮ ਜਪਤੇ ਉਹ ਚਾਹ ਕੁੰਟ ਮਾਨੈ। ਨਾਮ ਜਪਤਿਓ ਚਾਹੁ ਕੁੰਟ ਮਾਨੈ, ਨਾਮ ਜਪਤਿਓ ਚਾਹੁ ਕੁੰਟ ਮਾਨੈ। ਜਿਸ ਨੀਚ ਨੂੰ ਕੋਈ ਨਹੀਂ ਜਾਣਦਾ, ਲੋਕ ਨੀਚ ਕਹਿ ਕੇ ਬੁਲਾਉਂਦੇ, ਨੀਵਾਂ ਕਹਿ ਕੇ, ਨਿਰਾਦਰ ਦਾ ਅੱਖਰ ਵਰਤ ਕੇ ਬੁਲਾਉਂਦੇ, ਪਰ ਜਦੋਂ ਨਾਮ ਜਪਣ ਲੱਗ ਪੈਂਦਾ ਤੇ ਚੌਹਾਂ ਕੁੰਟਾਂ ਵਿੱਚ ਜਾਣਿਆ ਜਾਂਦਾ। ਚੌਹਾਂ ਕੁੰਟਾਂ ਵਿੱਚ ਨਾਮ ਦੀ ਮਹਿਮਾ ਪ੍ਰਗਟ ਹੁੰਦੀ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਭਗਤ ਭਗਤ ਜਗ ਵੱਜਿਆ, ਚੌਹਾਂ ਚੱਕਾਂ ਦੇ ਵਿੱਚ ਚਮਰੇਟਾ। ਪ੍ਰਭੂ ਦਾ ਨਾਮ ਜਪਿਆ ਤੇ ਭਗਤ ਰਵਿਦਾਸ ਸਾਹਿਬ ਜੀ ਚੌਹਾਂ ਕੁੰਟਾਂ ਵਿੱਚ ਭਗਤ ਭਗਤ ਕਰਕੇ ਵੱਜ ਗਏ, ਪ੍ਰਗਟ ਹੋ ਗਏ। ਭਗਤ ਭਗਤ ਜਗ ਵੱਜਿਆ, ਚੌਹਾਂ ਕੁੰਟਾਂ ਦੇ ਵਿੱਚ ਚਮਰੇਟਾ। ਪਾਣਾ ਗੰਢੈ ਰਾਹ ਵਿੱਚ, ਕੁਲਾ ਧਰਮ ਢੋਏ ਢੋਰ ਸਮੇਟਾ। ਮਰੇ ਪਸ਼ੂ ਢੋਂਦੇ ਆ, ਜੋੜੇ ਗੰਢਦੇ ਆ, ਪਰ ਸ਼ਬਦ ਦੇ ਨਾਲ ਸਵਾਰੇ ਗਏ, ਸ਼ਬਦ ਨੇ ਸਵਾਰ ਦਿੱਤਾ। हे ਪ੍ਰਭੂ ਜੀ, ਇਹ ਦੇ ਆਪ ਜੀ ਆਪਣੇ ਸ਼ਬਦ ਵਿੱਚ ਹੀ ਇਸ ਨੂੰ ਸਵਾਰ ਸਕਦੇ ਹੋ। ਇਹ ਜੀਵਨ ਸ਼ਬਦ ਦੇ ਰਾਹੀਂ ਸਵਾਰਿਆ ਜਾਵੇਗਾ। ਇਸ ਦੇਹ ਨੂੰ ਆਪ ਜੀ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਹੈ। ਕਿਸੇ ਥਾਂ ਤੇ ਜਾ ਕਰਕੇ ਇਹ ਦੇਹ ਸਵਾਰੀ ਨਹੀਂ ਜਾ ਸਕਦੀ ਹੈ। ਆਪ ਹੀ ਆਪਣੀ ਬਾਣੀ ਦੁਆਰਾ, ਆਪਣੇ ਸ਼ਬਦ ਦੁਆਰਾ ਇਸ ਦੇਹ ਨੂੰ ਸਵਾਰ ਸਕਦੇ ਹੋ। ਤੁਸੀਂ ਕਿਰਪਾ ਕਰਕੇ ਇਸ ਦੇਹ ਨੂੰ ਸਵਾਰ ਦਿਓ। ਕਿੰਨਿਆਂ ਜੀਵਾਂ ਦੇ ਮਹਾਰਾਜ ਨੇ ਜੀਵਨ ਸਵਾਰੇ। ਕਦੀ ਉਹ ਰਾਖਸ਼ ਬਿਰਤੀ ਦਾ ਜੀਵਨ ਜਿਉਂਦੇ ਸੀ, ਕਦੇ ਠੱਗ ਬਿਰਤੀ ਦਾ ਜੀਵਨ ਜਿਉਂਦੇ ਸੀ, ਕਦੇ ਚੋਰ ਬਿਰਤੀ ਦੇ ਵਿੱਚ ਜੀਵਨ ਜਿਉਂਦੇ ਸੀ। ਪਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਚੋਰ ਤੋਂ ਸਾਧ ਬਣਾ ਦਿੱਤੇ, ਠੱਗ ਤੋਂ ਸੱਜਣ ਬਣਾ ਦਿੱਤੇ, ਰਾਖਸ਼ ਤੋਂ ਦੇਵਤੇ ਬਣਾ ਦਿੱਤੇ। ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਨਾਮ ਵਿੱਚ, ਸ਼ਬਦ ਵਿੱਚ ਕਿੱਡੀ ਵੱਡੀ ਸ਼ਕਤੀ ਹੈ ਕਿ ਪਾਪੀਆਂ ਨੂੰ ਪਵਿੱਤਰ ਕਰ ਦਿੰਦਾ ਹੈ। ਕੱਲਾ ਪਵਿੱਤਰ ਹੀ ਨਹੀਂ ਕਰਦਾ, ਬਹੁਤਾ ਪਵਿੱਤਰ ਕਰ ਦਿੰਦਾ ਹੈ, ਦੂਜਿਆਂ ਨੂੰ ਵੀ ਪਵਿੱਤਰ ਕਰਨ ਵਾਲਾ ਬਣਾਉਣ ਜੋਗਾ ਬਣਾ ਦਿੰਦਾ ਹੈ। ਐਸੀ ਸਮਰੱਥਾ ਹੈ ਨਾਮ ਦੇ ਵਿੱਚ। ਕੌਣ ਕੋ ਕਲੰਕ ਰਹਿਓ, ਰਾਮ ਨਾਮ ਲੇਤ ਹੀ, ਪਤਤ ਪਵਿੱਤ ਭਏ, ਰਾਮ ਕਹਿਤ ਹੀ। ਪਾਪੀ ਵੀ ਪਵਿੱਤਰ ਹੋ ਗਏ ਜਿਨ੍ਹਾਂ ਨੇ ਪ੍ਰਭੂ ਦਾ ਨਾਮ ਉਚਾਰਨ ਕੀਤਾ। ਇਹ ਵਾਹਿਗੁਰੂ ਜੀ, ਆਪ ਕਿਰਪਾ ਕਰੋ, ਆਪਣੇ ਸ਼ਬਦ ਦੇ ਵਿੱਚ ਇਸ ਦੇਹ ਨੂੰ ਲਾ ਕਰਕੇ ਸਵਾਰ ਦੇਣਾ ਕਰੋ। ਕਹੈ ਨਾਨਕ ਲਿਵੈ ਵਾਜਹੁ। ਕਹਿੰਦੇ ਹਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਿ ਵਾਹਿਗੁਰੂ ਪਰਮੇਸ਼ਰ ਦੀ ਸੱਚੀ ਲਿਵ ਤੋਂ ਬਿਨਾ ਕਿਆ ਕਰੇ ਵਿਚਾਰੀਆ। ਇਹ ਪ੍ਰਭੂ ਜੀ, ਇਹ ਵਿਚਾਰੀ ਦੇ ਕੀ ਕਰ ਸਕਦੀ ਹੈ? ਇਹ ਵਿਚਾਰੀ ਹੈ, ਇਹ ਨਿਆਸਰੀ ਹੈ, ਇਹ ਨਿਮਾਣੀ ਹੈ, ਮਾਣ ਤੋਂ ਹੀਣੀ ਹੈ। ਆਪ ਜੀ ਦੀ ਸੱਚੀ ਲਿਵ ਤੋਂ ਬਿਨਾ ਇਹ ਕੀ ਕਰ ਸਕਦੀ ਹੈ? ਇਹ ਆਪਣੇ ਆਪ ਕਰ ਵੀ ਕੁਝ ਨਹੀਂ ਸਕਦੀ, ਕਿਉਂਕਿ ਆਪ ਕਿਰਪਾ ਕਰੋ ਤੇ ਤਾਂ ਹੀ ਇਸ ਦੇਹ ਦੇ ਵਿੱਚ ਜੋ ਸ਼ਬਦ ਦੇ ਨਾਲ ਸਾਂਝ ਬਣ ਸਕਦੀ ਹੈ। ਇਹ ਦੇਹ ਸ਼ਬਦ ਦੇ ਨਾਲ ਜੁੜ ਸਕਦੀ ਹੈ ਆਪ ਜੀ ਦੀ ਕਿਰਪਾ ਦੇ ਨਾਲ। ਤੇ ਸੱਚੀ ਲਿਵ ਤੋਂ ਬਿਨਾ ਇਹ ਵਿਚਾਰੀ ਦੇਹ ਕੀ ਕਰ ਸਕਦੀ ਆਪਣੇ ਆਪ? ਇਹਦੇ ਵਿੱਚ ਕੋਈ ਸਮਰੱਥਾ ਹੀ ਨਹੀਂ ਹੈ। ਇਹ ਨਿਆਸਰੇ ਹੈ। ਆਪ ਹੀ ਇਸ ਦੇਹ ਨੂੰ ਸਮਰੱਥਾ ਦੇਣ ਵਾਲੇ ਹੋ, ਆਪ ਹੀ ਇਹ ਦੇਹ ਨੂੰ ਸਫਲਾ ਕਰਨ ਵਾਲੇ ਹੋ। ਆਪ ਜੀ ਦੀ ਕਿਰਪਾ ਦੇ ਨਾਲ ਹੀ ਇਹ ਦੇਹ ਵਿਚਾਰੀ ਸਫਲੀ ਹੋ ਸਕਦੀ ਹੈ, ਪ੍ਰਵਾਨ ਹੋ ਸਕਦੀ ਹੈ, ਸ਼ਬਦ ਦੇ ਨਾਲ ਲਿਵ ਲੱਗ ਸਕਦੀ ਹੈ। ਜਿਨ੍ਹਾਂ ਜਿਨ੍ਹਾਂ ਦੇ ਉੱਤੇ ਗੁਰੂ ਸਾਹਿਬ ਜੀ ਦੀ ਕਿਰਪਾ ਹੋਈ, ਉਹਨਾਂ ਦੀ ਫਿਰ ਸਾਧ ਸੰਗਤ ਜੀ ਐਸੀ ਲਿਵ ਲੱਗੀ, ਐਸੀ ਲਿਵ ਲੱਗੀ ਕਿ ਦੇਹ ਸਫਲੀ ਹੋ ਗਈ, ਸਰੀਰ ਪ੍ਰਵਾਨ ਹੋ ਗਿਆ। ਭਾਈ ਸਾਹਿਬ ਭਾਈ ਮਣੀ ਸਿੰਘ ਸਾਹਿਬ ਜੀ, ਇੱਕ ਗੁਰਸਿੱਖ ਦੀ ਵਿਚਾਰ ਕਰ ਲੈਂਦੇ ਹਾਂ। ਐਸੇ ਅਨੇਕਾਂ ਹਜ਼ਾਰਾਂ
ਗੁਰੂ ਕੇ ਸਿੱਖ ਹਨ, ਗੁਰੂ ਕੇ ਇਤਿਹਾਸ ਵਿੱਚ ਜਿਨ੍ਹਾਂ ਦੀ ਦੇਹ ਸਫਲੀ ਹੋਈ ਸੱਚੀ ਲਿਵ ਦੇ ਨਾਲ। ਭਾਈ ਮਣੀ ਸਿੰਘ ਸਾਹਿਬ ਜੀ, ਜਿਨ੍ਹਾਂ ਨੂੰ ਕੌਣ ਨਹੀਂ ਜਾਣਦਾ ਹੈ, ਸ਼ਹੀਦ ਭਾਈ ਮਣੀ ਸਿੰਘ ਜੀ, ਬੰਦ ਕਟਵਾਉਣ ਵਾਲੇ। ਇਹਨਾਂ ਨੇ ਗੁਰੂ ਕੇ ਪਿਆਰਿਆਂ ਨੇ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਤੋਂ ਸਿੱਖੀ ਪ੍ਰਾਪਤ ਕੀਤੀ ਸੀ। ਸੰਗਤ ਜੀ, ਸਤਵੇਂ ਪਾਤਸ਼ਾਹ ਜੀ ਤੋਂ ਬਚਪਨ ਦੇ ਨਾਲ ਆਪਣੇ ਪਿਤਾ ਜੀ ਦੇ ਨਾਲ ਸ੍ਰੀ ਕੀਰਤਪੁਰ ਸਾਹਿਬ ਆ ਕੇ ਧੰਨ ਗੁਰੂ ਹਰਿਰਾਏ ਸਾਹਿਬ ਜੀ ਤੋਂ ਸਿੱਖੀ ਹਾਸਲ ਕੀਤੀ। ਮਹਾਰਾਜ ਦੇ ਚਰਨਾਂ ਵਿੱਚ ਰਹੇ ਭਾਈ ਮਣੀ ਸਿੰਘ ਜੀ, ਜਿਨ੍ਹਾਂ ਦਾ ਪਹਿਲਾ ਨਾਮ ਸੀ ਅੰਮ੍ਰਿਤ ਛਕਣ ਤੋਂ ਭਾਈ ਮਣੀਆਂ। ਅੰਮ੍ਰਿਤ ਛਕਣ ਤੋਂ ਬਾਅਦ ਕਲਗੀਧਰ ਪਾਤਸ਼ਾਹ ਜਦੋਂ ਅੰਮ੍ਰਿਤ ਛਕਿਆ ਖੰਡੇ ਬਾਟੇ ਦਾ, ਫਿਰ ਮਣੀਆਂ ਤੋਂ ਮਣੀ ਸਿੰਘ ਬਣੇ। ਤੇ ਐਸੀ ਸੱਚੀ ਲਿਵ ਗੁਰੂ ਸਾਹਿਬ ਜੀ ਨੇ ਲਾਈ, ਗੁਰਬਾਣੀ ਦਾ ਐਸਾ ਅਭਿਆਸ ਕੀਤਾ ਕਿ ਫਿਰ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ 'ਚ ਰਹਿ ਕੇ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਚਰਨਾਂ 'ਚ ਰਹਿ ਕੇ, ਨਾਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸੇਵਾ ਕਰਦਿਆਂ ਹੋਇਆਂ ਦਸਮ ਪਾਤਸ਼ਾਹ ਦੀ ਹਜ਼ੂਰੀ ਵਿੱਚ ਮੁਖੀ ਸਿੱਖਾਂ ਦੇ ਵਿੱਚ ਇਹਨਾਂ ਦਾ ਨਾਮ ਸ਼ਾਮਲ ਸੀ। ਤੇ ਗੁਰਬਾਣੀ ਪੜ੍ਹਨੀ, ਗੁਰਸਿੱਖਾਂ ਨੂੰ ਗੁਰਬਾਣੀ ਦੀ ਸੰਥਿਆ ਕਰਵਾਉਣੀ, ਹਰੇਕ ਪ੍ਰਕਾਰ ਦੀ ਗੁਰੂ ਘਰ ਦੀ ਸੇਵਾ ਕਰਨੀ, ਤੇ ਦੇਹ ਸਫਲੀ ਹੋ ਗਈ। ਜਦੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਦਿੱਤੀ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1708 ਈਸਵੀ ਸੰਨ ਨੂੰ ਸ੍ਰੀ ਅਬਚਲ ਨਗਰ ਹਜੂਰ ਸਾਹਿਬ, ਉਸ ਮੌਕੇ ਤੇ ਭਾਈ ਮਣੀ ਸਿੰਘ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਚੌਲ ਕਰਨ ਦੀ ਸੇਵਾ ਨਿਭਾ ਰਹੇ ਸਨ, ਚੌਲ ਬਰਦਾਰ ਸਨ। ਕਲਗੀਧਰ ਪਾਤਸ਼ਾਹ ਮਹਾਰਾਜ ਸੱਚਖੰਡ ਪਿਆਨਾ ਕਰ ਜਾਂਦੇ ਹਨ, ਔਰ ਗੁਰੂ ਸਾਹਿਬ ਜੀ ਦੇ ਸੱਚਖੰਡ ਪਿਆਨੇ ਤੋਂ ਬਾਅਦ ਮਾਤਾ ਸੁੰਦਰ ਕੌਰ ਜੀ ਦੀ ਆਗਿਆ ਦੇ ਨਾਲ, ਤਿੰਨਾਂ ਦੀ ਅਗਵਾਈ ਦੇ ਵਿੱਚ ਭਾਈ ਮਣੀ ਸਿੰਘ ਜੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਵਜੋਂ ਆ ਕੇ ਸੇਵਾ ਨਿਭਾਉਂਦੇ। ਸਾਰੀ ਦਰਬਾਰ ਸਾਹਿਬ ਜੀ ਦੀ ਸੇਵਾ ਆਪ ਜੀ ਨਿਭਾਉਂਦੇ ਆ। ਤੇ ਦੀਵਾਨ ਹਾਲ ਮੰਜੀ ਸਾਹਿਬ ਦੇ ਵਿੱਚ ਰੋਜ਼ ਗੁਰਬਾਣੀ ਦੀ ਕਥਾ ਕਰਦੇ ਆ, ਸਵੇਰੇ ਸ਼ਾਮੀ। ਵੱਡੀ ਗਿਣਤੀ ਵਿੱਚ ਗੁਰੂ ਕੀਆਂ ਸੰਗਤਾਂ ਭਾਈ ਮਣੀ ਸਿੰਘ ਸਾਹਿਬ ਜੀ ਦੀ ਰਚਨਾ ਤੋਂ ਕਥਾ ਸਰਵਣ ਕਰਦੀਆਂ। ਫਿਰ ਸਮੇਂ ਦੇ ਨਾਲ ਜਦੋਂ ਜ਼ਾਲਮ ਸਰਕਾਰਾਂ ਦਾ ਉਸ ਮੌਕੇ ਦੇ ਉੱਤੇ ਐਸਾ ਜ਼ੁਲਮ ਭਰਿਆ ਵਤੀਰਾ ਸੀ, ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਸਨ, ਤੇ ਸਰਕਾਰ ਦੇ ਨਾਲ ਗੱਲਬਾਤ ਕਰਕੇ ਭਾਈ ਮਣੀ ਸਿੰਘ ਸਾਹਿਬ ਜੀ ਨੇ ਸ੍ਰੀ ਦਰਬਾਰ ਸਾਹਿਬ ਬੰਦੀ ਛੋੜ ਦਿਵਸ ਮਨਾਉਣ ਦੀ ਆਗਿਆ ਲਈ। ਸਰਕਾਰ ਨਾਲ ਗੱਲਬਾਤ ਕੀਤੀ, ਉਹਨਾਂ ਆਖਿਆ ਵੀ ਤੁਹਾਨੂੰ ਭਾਈ ਮਣੀ ਸਿੰਘ ਜੀ 5000 ਰੁਪਇਆ ਭਰਨਾ ਪਵੇਗਾ। ਆਖਿਆ ਜੀ 5000 ਰੁਪਇਆ ਭਰ ਦਿਆਂਗੇ, ਸਾਨੂੰ ਇਹ ਦੀਵਾਲੀ ਦਾ ਜੋੜ ਮੇਲਾ ਕਰਨ ਦੀ ਆਗਿਆ ਦਿੱਤੀ ਜਾਵੇ, ਕਿਉਂਕਿ ਸਰਕਾਰ ਸਿੱਖਾਂ ਦੀ ਜਾਨ ਦੀ ਦੁਸ਼ਮਣ ਬਣੀ ਹੋਈ ਸੀ। ਭਾਈ ਸਾਹਿਬ ਜੀ ਨੇ ਜਿੰਨੇ ਵੀ ਖਾਲਸੇ ਦਲ ਜੰਗਲਾਂ ਦੇ ਵਿੱਚ, ਪਹਾੜਾਂ ਦੇ ਵਿੱਚ, ਰੇਗਿਸਤਾਨਾਂ ਵਿੱਚ, ਬੁੱਢੇ ਜੌੜ ਵੱਲ ਗਏ ਹੋਏ ਸਨ, ਹੋਰ ਵੱਖ-ਵੱਖ ਇਲਾਕਿਆਂ ਵਿੱਚ, ਉਹਨਾਂ ਸਾਰਿਆਂ ਨੂੰ ਚਿੱਠੀਆਂ ਲਿਖੀਆਂ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਐਤਕੀ ਦੀਵਾਲੀ ਤੇ ਆਓ, ਬੰਦੀ ਛੋੜ ਦਿਵਸ ਮਨਾਈਏ। ਜਦੋਂ ਤਿਆਰੀ ਕਰ ਰਹੇ ਸਨ, ਇਧਰਲੇ ਪਾਸੇ ਉਹਨਾਂ ਨੇ ਆਖਿਆ ਵੀ ਅੱਗੇ ਤੇ ਸਿੱਖਾਂ ਨੂੰ ਲੱਭ ਕੇ ਮਾਰਨਾ ਪੈਂਦਾ, ਇਹਨਾਂ ਨੇ ਅੰਮ੍ਰਿਤਸਰ ਸਾਹਿਬ ਇਸ਼ਨਾਨ ਕਰਨ ਵਾਸਤੇ ਆਉਣਾ ਹੈ, ਘੇਰਾ ਪਾ ਕੇ ਅੰਮ੍ਰਿਤਸਰ ਸਾਹਿਬ ਨੂੰ ਇਕੱਠਿਆਂ ਨੂੰ ਮਾਰ ਦਿੱਤਾ ਜਾਵੇ, ਗੋਲੀਆਂ ਚਲਾ ਕੇ, ਤੋਪਾਂ ਬੀੜ ਕੇ। ਭਾਈ ਮਣੀ ਸਿੰਘ ਸਾਹਿਬ ਜੀ ਨੂੰ ਇਹ ਗੱਲ ਦਾ ਪਤਾ ਲੱਗਾ, ਫੇਰ ਪੱਤਰਕਾ ਲਿਖੀਆਂ ਕਿ ਸਿੰਘੋ ਆਪਣੀ ਅਰਦਾਸ ਦੇ ਵਿੱਚ ਇਹ ਅੱਖਰ ਤਾਂ ਸ਼ਾਮਲ ਕਰ ਲਓ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨੀ ਇਸ਼ਨਾਨ। ਇਹ ਭਾਈ ਮਣੀ ਸਿੰਘ ਜੀ ਨੇ ਅੱਖਰ ਸ਼ਾਮਲ ਕਰਵਾਏ। ਜਿੱਥੇ ਆਪਾਂ ਬਾਕੀ ਸਭ ਕੁਝ ਮੰਗਦੇ ਨਾ, ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਇਹ ਤੋਂ ਅੱਗੇ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨੀ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਚੁੱਕੋ ਜੋਗਿਆ ਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਭਾਈ ਮਣੀ ਸਿੰਘ ਸਾਹਿਬ ਜੀ ਨੇ ਆਖਿਆ
ਕਿ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਤੇ ਇਸ਼ਨਾਨ ਅਰਦਾਸ ਵਿੱਚ ਜ਼ਰੂਰ ਮੰਗੋ। ਜਦੋਂ ਸਮਾਂ ਲੱਗੇ, ਮਹੀਨੇ ਬਾਅਦ, 2 ਮਹੀਨੇ, 6 ਮਹੀਨੇ, ਜਦੋਂ ਵੀ ਤੇ ਆ ਕੇ ਇਸ਼ਨਾਨ ਕਰੋ ਤੇ ਦਰਸ਼ਨ ਕਰੋ। ਪਰ ਹੁਣ ਨਾ ਆਇਓ, ਕਿਉਂਕਿ ਇਹਨਾਂ ਜ਼ਾਲਮਾਂ ਦੀ ਨੀਤ ਬਦਲ ਗਈ। ਇਹ ਕਹਿੰਦੇ ਸਿੰਘਾਂ ਨੂੰ ਗੋਲੀਆਂ ਚਲਾ ਕੇ ਖਤਮ ਕਰ ਦਿੱਤਾ ਜਾਵੇ ਦੀਵਾਲੀ ਦੇ ਜੋੜ ਮੇਲੇ ਤੇ, ਬੰਦੀ ਛੋੜ ਦਿਵਸ ਤੇ। ਖਾਲਸਾ ਨਾ ਆਇਆ, ਇਕੱਠ ਉਹਨਾਂ ਨਾ ਹੋਇਆ। ਉਹ ਕਹਿਣ ਲੱਗੇ, ਭਾਈ ਮਣੀ ਸਿੰਘ 5000 ਰੁਪਈਆ ਦਿਓ। ਕਹਿੰਦੇ ਅਸੀਂ ਤਾਂ ਜੋੜ ਮੇਲਾ ਹੀ ਨਹੀਂ ਕੀਤਾ, ਪੈਸੇ ਕਾਹਦੇ ਦਈਏ। ਜੇ ਕਰਨ ਦੀ ਗੱਲ ਸੀ, ਜੋੜ ਮੇਲਾ ਕਰਦੇ, ਸੰਗਤ ਦਾ, ਖਾਲਸੇ ਦਾ ਇਕੱਠ ਕਰਦੇ, ਮਾਇਆ ਹੋਣੀ ਸੀ ਤੇ ਉਹਦੇ ਚੋਂ ਤੁਹਾਨੂੰ ਪੈਸੇ ਦੇਣੇ ਸੀ। ਕਹਿੰਦੇ ਵੀ 5000 ਦਿਓ। ਭਾਈ ਸਾਹਿਬ ਨੂੰ ਗ੍ਰਿਫਤਾਰ ਕਰਕੇ ਲਾਹੌਰ ਲੈ ਗਏ। 3 ਗੱਲਾਂ ਰੱਖੀਆਂ ਗਈਆਂ, ਜਾਂ ਤੇ ਮੁਸਲਮਾਨ ਬਣ ਜਾਓ, ਇਸਲਾਮ ਧਰਮ ਨੂੰ ਕਬੂਲ ਕਰ ਲਓ, ਜਾਂ 5000 ਰੁਪਈਆ ਦਿਓ, ਤੇ ਜਾਂ ਫਿਰ ਮਰਨ ਵਾਸਤੇ ਤਿਆਰ ਹੋ ਜਾਓ। ਸਿੰਘਾਂ ਨੇ ਆਖਿਆ ਸੀ, ਬਾਕੀ ਸੰਗਤ ਨੇ, ਕਿ ਭਾਈ ਸਾਹਿਬ 5000 ਦੀ ਕਿਹੜੀ ਗੱਲ, ਅਸੀਂ ਤੇ ਤੁਹਾਡੇ ਸਰੀਰ ਨਾਲ ਤੋਲ ਕੇ ਰੁਪਈਏ ਦੇ ਦਿੰਨੇ ਆ। ਭਾਈ ਮਣੀ ਸਿੰਘ ਸਾਹਿਬ 90 ਸਾਲ ਤੋਂ ਵਡੇਰੀ ਉਮਰ ਸੀ ਭਾਈ ਮਣੀ ਸਿੰਘ ਜੀ ਦੀ ਉਸ ਵੇਲੇ। ਚਿੱਟਾ ਦਾੜਾ, ਲੰਮਾ ਲੰਮਾ ਹੈ, ਜਿਵੇਂ ਚਾਂਦੀ ਦੀਆਂ ਤਾਰਾਂ ਹੁੰਦੀਆਂ, ਐਸੇ ਕੇਸ ਭਾਈ ਸਾਹਿਬ ਜੀ ਦੇ, ਤੇ ਨਾਮ ਵਿੱਚ ਭਿੱਜੇ ਹੋਏ, ਬਾਣੀ ਵਿੱਚ ਭਿੱਜੇ ਹੋਏ। ਕਿਉਂਕਿ ਗੁਰੂ ਹਰ ਰਾਏ ਸਾਹਿਬ ਜੀ ਤੋਂ ਲੈ ਕੇ ਕਿੰਨੇ ਲੰਮਾ ਸਮਾਂ ਗੁਰੂ ਕੀ ਸੰਗਤ ਕੀਤੀ। 16 ਸਾਲ ਤੇ ਦਰਬਾਰ ਸਾਹਿਬ ਦੀ ਮੁੱਖ ਗ੍ਰੰਥੀ ਦੀ ਸੇਵਾ ਨਿਭਾਈ ਭਾਈ ਮਣੀ ਸਿੰਘ ਜੀ ਨੇ। ਕਹਿਣ ਲੱਗੇ ਵੀ ਸਿੰਘੋ, ਇਹ ਹੁਣ ਦੇ ਉਮਰ ਭੋਗ ਲਈ ਹੈ, ਇਹਨੇ ਤਾਂ ਬਿਨਸਣਾ ਹੀ ਹੈ, ਤੇ ਗੁਰੂ ਕੀ ਗੋਲਕ ਦੀ ਮਾਇਆ ਇਹਨਾਂ ਨੂੰ ਕਿਉਂ ਦੇਣੀ ਹੈ 5000 ਰੁਪਈਆ? ਨਹੀਂ ਦੇਣੇ। ਤੇ ਕਹਿੰਦੇ ਵੀ ਇਸਲਾਮ ਤਾਂ ਕਬੂਲਣਾ ਨਹੀਂ, ਜਿਵੇਂ ਤੁਹਾਨੂੰ ਆਪਣਾ ਧਰਮ ਪਿਆਰਾ, ਮੈਨੂੰ ਆਪਣਾ ਸਿੱਖੀ ਧਰਮ ਪਿਆਰਾ। ਪਰ ਜਦੋਂ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਕੀ ਕਾਂਸ਼ੀ ਸਾਬੋ ਕੀ ਤਲਵੰਡੀ ਤਖਤ ਸ੍ਰੀ ਦਮਦਮਾ ਸਾਹਿਬ ਵਾਲੇ ਸਥਾਨ ਤੇ ਸਾਨੂੰ 48 ਸਿੰਘਾਂ ਨੂੰ ਗੁਰਬਾਣੀ ਦੇ ਅਰਥ ਪੜ੍ਹਾਏ ਸੀ ਨਾ, ਭਾਈ ਸਾਹਿਬ ਕਹਿੰਦੇ ਮੈਨੂੰ ਉਦੋਂ ਮਹਾਰਾਜ ਨੇ ਲਿਖਾਰੀ ਲਾਇਆ ਸੀ ਗੁਰਬਾਣੀ ਲਿਖਣ ਵਾਸਤੇ। 48 ਸਿੰਘਾਂ ਨੂੰ ਅਰਥ ਪੜ੍ਹਾ ਕੇ ਤੇ ਉਸ ਮੌਕੇ ਤੇ ਫਿਰ ਇਹ ਵਰਦਾਨ ਦਿੱਤਾ ਸੀ ਕਿ ਮਣੀ ਸਿੰਘਾ ਤੇ ਦੀਪ ਸਿੰਘਾ, ਤੁਸੀਂ ਗੁਰਬਾਣੀ ਲਿਖਣ ਦੀ, ਗੁਰਬਾਣੀ ਦੀ ਸੰਥਿਆ ਕਰਾਉਣ ਦੀ ਸੇਵਾ ਕਰਨੀ ਹੈ, ਤੇ ਗੁਰਬਾਣੀ ਦੀ ਕਥਾ ਕਰਨ ਦੀ ਜੀਵਨ ਭਰ ਸੇਵਾ ਕਰਨੀ ਆ। ਅਸੀਂ ਆਖਿਆ ਸੀ, ਮਹਾਰਾਜ ਅਸੀਂ ਤਾਂ ਇਸੇ ਆਨੰਦ ਵਿੱਚ ਰਹਿਣਾ ਚਾਹੁੰਦੇ ਤੁਹਾਡੇ ਨਾਲ। ਆਖਿਆ ਸੀ, ਮਣੀ ਸਿੰਘ ਤੇਰਾ ਬੰਦ ਵੀ ਕੱਟਿਆ ਜਾਵੇਗਾ, ਤੇਰੇ ਆਨੰਦ 'ਚ ਫਰਕ ਨਹੀਂ ਪਵੇਗਾ। ਦੀਪ ਸਿੰਘਾ ਤੇਰਾ ਸੀਸ ਵੀ ਧੜ ਤੋਂ ਵੱਖਰਾ ਹੋ ਜਾਵੇਗਾ ਤੇ ਤੇਰੇ ਆਨੰਦ 'ਚ ਫਰਕ ਨਹੀਂ ਪਵੇਗਾ। ਕਹਿੰਦੇ ਵੀ ਤੁਹਾਨੂੰ ਆਪਣਾ ਧਰਮ ਪਿਆਰਾ ਵਾ ਤੇ ਮੈਨੂੰ ਆਪਣਾ ਧਰਮ ਪਿਆਰਾ, ਇਸ ਕਰਕੇ ਮੈਂ ਆਪਣਾ ਸਿੱਖੀ ਧਰਮ ਨਹੀਂ ਛੱਡ ਸਕਦਾ। ਫਿਰ ਉਹਨਾਂ ਫਤਵਾ ਲਾਇਆ ਵੀ ਮਣੀ ਸਿੰਘ ਦਾ ਬੰਦ ਕੱਟ ਕੇ ਇਹਨੂੰ ਮਾਰਿਆ ਜਾਵੇ। ਆਪਾਂ ਕਹਿੰਦੇ ਸ਼ਹੀਦ ਕੀਤਾ, ਉਹਨਾਂ ਕਿਹਾ ਖਤਮ ਕੀਤਾ ਜਾਵੇ। ਭਾਈ ਸਾਹਿਬ ਦੇ ਫਿਰ ਇਹ ਫਤਵਾ ਲਾ ਕੇ ਬੰਦ ਕੱਟਣ ਲੱਗੇ, ਤੇ ਜੋ ਇਤਿਹਾਸ 'ਚ ਬੋਲ ਲਿਖੇ ਆਖਣ ਲੱਗੇ। ਨਾਲ ਦੇ ਸਿੰਘਾਂ ਨੂੰ ਕਿਹਾ ਸੀ, ਜਿਹੜੇ ਕਹਿੰਦੇ ਸੀ ਤੁਹਾਡੇ ਬਰਾਬਰ ਮਾਇਆ ਦੇ ਦਿੰਦੇ ਨੇ ਤੋਲ ਕੇ, ਤੇ ਭਾਈ ਸਾਹਿਬ ਨੇ ਆਖਿਆ, ਤਨ ਗੰਦਗੀ ਦੀ ਕੋਠੜੀ, ਹਰ ਹੀਰਿਆਂ ਦੀ ਖਾਨ, ਜੇ ਸਿਰ ਦਿੱਤਿਆਂ ਹਾਰ ਮਿਲੇ ਤਾਂ ਵੀ ਸਸਤਾ ਜਾਣ। ਨਾਮ ਦੇ ਨਾਲ ਲੱਗੇ ਹੋਏ ਸੀ, ਜੁੜੇ ਹੋਏ ਸੀ, ਕਿਵੇਂ ਉਹਨਾਂ ਦੀ ਦੇਹ ਪ੍ਰਵਾਨ ਹੋਈ। ਸਾਰੀ ਉਮਰ ਸੇਵਾ ਵੀ ਕੀਤੀ, ਹਰੇਕ ਪ੍ਰਕਾਰ ਦੀ ਸੇਵਾ। ਅਖੀਰ ਤੇ ਸੁਖਮਨੀ ਸਾਹਿਬ ਦਾ ਜਾਪ ਕਰਦੇ ਆ ਤੇ ਬੰਦ ਕੱਟ ਰਹੇ ਭਾਈ ਮਣੀ ਸਿੰਘ ਜੀ ਦਾ, ਤੇ ਬੰਦ ਦੇ ਵਿੱਚੋਂ ਵੀ ਸੁਖਮਨੀ ਸਾਹਿਬ ਦੀਆਂ ਆਵਾਜ਼ਾਂ ਆਈਆਂ। ਤੋ ਐਸੇ ਉਹ ਗੁਰੂ ਕੇ ਲਾਲ, ਉਹਨਾਂ ਦੀ ਦੇਹ ਨਾਮ ਨਾਲ ਜੁੜ ਕਰਕੇ ਪ੍ਰਵਾਨ ਹੋਈ। ਤੇ ਨਾਮ ਤੋਂ ਬਿਨਾਂ ਮਹਾਰਾਜ ਕਹਿੰਦੇ ਵੀ ਇਹ ਦੇਹ ਜਿਹੜੀ ਹੈ ਇਹ ਮਾਣ ਤੋਂ ਸਖਰੀ ਹੈ, ਵਿਚਾਰੀ ਕੀ ਕਰ ਸਕਦੀ ਹੈ। ਸੱਚੀ ਲਿਵ ਤੋਂ ਬਿਨਾਂ ਇਹ ਜਿਹੜੀ ਦੇਹ ਹੈ ਇਹ ਵਿਚਾਰੀ ਹੈ, ਮਾਮੂਲੀ ਹੈ, ਮਾਣ ਤੋਂ ਸਖਣੀ ਹੈ। ਇਹ ਦੇਹ ਤਾਂ ਹੀ ਸਫਲੀ ਹੁੰਦੀ ਹੈ ਜਦੋਂ ਗੁਰੂ ਸਾਹਿਬ ਜੀ ਆਪਣੇ ਸ਼ਬਦ ਦੇ ਨਾਲ ਜੋੜ ਕਰਕੇ ਦੇਹ ਨੂੰ ਸਵਾਰਦੇ ਆ। ਗੁਰੂ ਜੀ ਦੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਔਰ ਕੱਲ ਨੂੰ 27 ਜਨਵਰੀ ਹੈ ਤੇ ਕੱਲ ਨੂੰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਆਗਮਨ ਦਿਹਾੜਾ ਹੈ, ਬਾਬਾ ਜੀ ਦਾ ਜਨਮ ਦਿਹਾੜਾ ਹੈ। ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਅਖੀਰਲੀਆਂ ਪੰਕਤੀਆਂ ਦਾ ਜਾਪ ਕਰੀਏ ਜੀ। ਏਸ ਨੂੰ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ, ਕਹੈ ਨਾਨਕ ਲਿਵੈ ਬਾਝਹੁ, ਕਿਆ
ਕਰੇ ਵਿਚਾਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।